ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ਅਸੀਂ ਵੇਖ ਰਹੇ ਹਾਂ ਕਿ ਕਿਸ ਤਰ੍ਹਾਂ ਨਾਲ ਦੇਸ਼ ਪੂਰੀ ਤਾਕਤ ਦੇ ਨਾਲ ਕੋਵਿਡ-19 ਦੇ ਖਿਲਾਫ ਲੜ ਰਿਹਾ ਹੈ। ਪਿਛਲੇ 100 ਸਾਲਾਂ ਵਿੱਚ ਇਹ ਸਭ ਤੋਂ ਵੱਡੀ ਮਹਾਮਾਰੀ ਹੈ ਅਤੇ ਇਸੇ ਪੈਂਡੇਮਿਕ ਦੇ ਵਿਚਕਾਰ ਭਾਰਤ ਨੇ ਅਨੇਕਾਂ ਕੁਦਰਤੀ ਆਫ਼ਤਾਂ ਦਾ ਡਟ ਕੇ ਮੁਕਾਬਲਾ ਕੀਤਾ ਹੈ। ਇਸੇ ਦੌਰਾਨ ਸਾਈਕਲੋਨ ਅਮਫਾਨ, ਸਾਈਕਲੋਨ ਨਿਸਰਗ ਆਇਆ, ਅਨੇਕਾਂ ਰਾਜਾਂ ਵਿੱਚ ਹੜ੍ਹ ਆਇਆ, ਛੋਟੇ-ਵੱਡੇ ਅਨੇਕਾਂ ਭੂਚਾਲ ਆਏ, ਭੂਸਖਲਨ ਹੋਏ। ਹੁਣੇ ਜਿਹੇ ਪਿਛਲੇ 10 ਦਿਨਾਂ ਵਿੱਚ ਹੀ ਦੇਸ਼ ਨੇ ਫਿਰ 2 ਵੱਡੇ ਸਾਈਕਲੋਨਜ਼ ਦਾ ਸਾਹਮਣਾ ਕੀਤਾ। ਪੱਛਮੀ ਤੱਟ ਤੇ ਸਾਈਕਲੋਨ ਤਾਊਤੇ ਅਤੇ ਪੂਰਬੀ ਪੋਸਟ ਤੇ ਸਾਈਕਲੋਨ ਯਾਸ। ਇਨ੍ਹਾਂ ਦੋਵਾਂ ਚੱਕਰਵਾਤਾਂ ਨੇ ਕਈ ਰਾਜਾਂ ਨੂੰ ਪ੍ਰਭਾਵਿਤ ਕੀਤਾ ਹੈ। ਦੇਸ਼ ਅਤੇ ਦੇਸ਼ ਦੀ ਜਨਤਾ ਇਨ੍ਹਾਂ ਨਾਲ ਪੂਰੀ ਤਾਕਤ ਨਾਲ ਲੜੀ ਅਤੇ ਘੱਟ ਤੋਂ ਘੱਟ ਜਨ-ਹਾਨੀ ਨਿਸ਼ਚਿਤ ਕੀਤੀ। ਹੁਣ ਅਸੀਂ ਇਹ ਅਨੁਭਵ ਕਰਦੇ ਹਾਂ ਕਿ ਪਹਿਲੇ ਸਾਲਾਂ ਦੀ ਤੁਲਨਾ ਵਿੱਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਜਾਨ ਬਚਾ ਪਾ ਰਹੇ ਹਾਂ। ਬਿਪਤਾ ਦੀ ਇਸ ਕਠਿਨ ਅਤੇ ਅਸਾਧਾਰਣ ਪ੍ਰਸਥਿਤੀ ਵਿੱਚ ਸਾਈਕਲੋਨ ਨਾਲ ਪ੍ਰਭਾਵਿਤ ਹੋਏ ਸਾਰੇ ਰਾਜਾਂ ਦੇ ਲੋਕਾਂ ਨੇ ਜਿਸ ਤਰ੍ਹਾਂ ਨਾਲ ਹੌਸਲਾ ਵਿਖਾਇਆ ਹੈ, ਇਸ ਸੰਕਟ ਦੀ ਘੜੀ ਵਿੱਚ ਬੜੇ ਧੀਰਜ ਨਾਲ, ਅਨੁਸ਼ਾਸਨ ਦੇ ਨਾਲ ਮੁਕਾਬਲਾ ਕੀਤਾ ਹੈ। ਮੈਂ ਆਦਰ ਨਾਲ, ਦਿਲੋਂ ਸਾਰੇ ਨਾਗਰਿਕਾਂ ਦੀ ਸ਼ਲਾਘਾ ਕਰਨਾ ਚਾਹੁੰਦਾ, ਜਿਨ੍ਹਾਂ ਲੋਕਾਂ ਨੇ ਅੱਗੇ ਵਧ ਕੇ ਰਾਹਤ ਅਤੇ ਬਚਾਅ ਦੇ ਕੰਮਾਂ ਵਿੱਚ ਹਿੱਸਾ ਲਿਆ। ਅਜਿਹੇ ਸਾਰੇ ਲੋਕਾਂ ਦੀ ਜਿੰਨੀ ਸ਼ਲਾਘਾ ਕਰੋ, ਓਨੀ ਹੀ ਘੱਟ ਹੈ। ਮੈਂ ਸਾਰਿਆਂ ਨੂੰ ਸੈਲੂਟ ਕਰਦਾ। ਕੇਂਦਰ, ਰਾਜ ਸਰਕਾਰਾਂ ਅਤੇ ਸਥਾਨਕ ਪ੍ਰਸ਼ਾਸਨ ਸਾਰੇ ਇਕੱਠੇ ਮਿਲ ਕੇ ਇਸ ਆਫ਼ਤ ਦਾ ਮੁਕਾਬਲਾ ਕਰਨ ਵਿੱਚ ਜੁਟੇ ਹੋਏ ਨੇ। ਮੈਂ ਉਨ੍ਹਾਂ ਸਾਰੇ ਲੋਕਾਂ ਦੇ ਪ੍ਰਤੀ ਆਪਣੀ ਸੰਵੇਦਨਾ ਵਿਅਕਤ ਕਰਦਾ, ਜਿਨ੍ਹਾਂ ਨੇ ਆਪਣੇ ਪਿਆਰਿਆਂ ਨੂੰ ਗਵਾਇਆ ਹੈ। ਅਸੀਂ ਸਾਰੇ ਇਸ ਮੁਸ਼ਕਿਲ ਘੜੀ ਵਿੱਚ ਉਨ੍ਹਾਂ ਲੋਕਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ, ਜਿਨ੍ਹਾਂ ਨੇ ਇਸ ਆਫ਼ਤ ਕਾਰਨ ਨੁਕਸਾਨ ਝੱਲਿਆ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਚੁਣੌਤੀ ਕਿੰਨੀ ਵੀ ਵੱਡੀ ਹੋਵੇ, ਭਾਰਤ ਦਾ ਜਿੱਤ ਦਾ ਸੰਕਲਪ ਵੀ ਹਮੇਸ਼ਾ ਓਨਾ ਹੀ ਵੱਡਾ ਰਿਹਾ ਹੈ। ਦੇਸ਼ ਦੀ ਸਮੂਹਿਕ ਸ਼ਕਤੀ ਅਤੇ ਸਾਡੇ ਸੇਵਾ ਭਾਵ ਨੇ ਦੇਸ਼ ਨੂੰ ਹਰ ਤੂਫਾਨ 'ਚੋਂ ਬਾਹਰ ਕੱਢਿਆ ਹੈ। ਇਨ੍ਹਾਂ ਹੀ ਦਿਨਾਂ ਵਿੱਚ ਅਸੀਂ ਵੇਖਿਆ ਹੈ ਕਿ ਕਿਵੇਂ ਸਾਡੇ ਡਾਕਟਰਜ਼, ਨਰਸਿਸ ਅਤੇ ਫਰੰਟਲਾਈਨ ਵਾਰੀਅਰਜ਼, ਉਨ੍ਹਾਂ ਨੇ ਖੁਦ ਦੀ ਚਿੰਤਾ ਛੱਡ ਕੇ ਦਿਨ-ਰਾਤ ਕੰਮ ਕੀਤਾ ਅਤੇ ਅੱਜ ਵੀ ਕਰ ਰਹੇ ਨੇ। ਇਸ ਸਭ ਦੇ ਵਿਚਕਾਰ ਕਈ ਲੋਕ ਅਜਿਹੇ ਵੀ ਨੇ ਜਿਨ੍ਹਾਂ ਦੀ ਕੋਰੋਨਾ ਦੀ ਸੈਕੰਡ ਵੇਵ ਨਾਲ ਲੜਨ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ। ਮੈਨੂੰ ਮਨ ਕੀ ਬਾਤ ਦੇ ਕਈ ਸਰੋਤਿਆਂ ਨੇ ਨਮੋ ਐਪ ਅਤੇ ਪੱਤਰ ਦੇ ਰਾਹੀਂ ਇਨ੍ਹਾਂ ਵਾਰੀਅਰਜ਼ ਦੇ ਬਾਰੇ ਚਰਚਾ ਕਰਨ ਦਾ ਅਨੁਰੋਧ ਕੀਤਾ ਹੈ। ਸਾਥੀਓ, ਜਦੋਂ ਸੈਕੰਡ ਵੇਵ ਆਈ, ਅਚਾਨਕ ਆਕਸੀਜਨ ਦੀ ਮੰਗ ਕਈ ਗੁਣਾ ਵਧ ਗਈ ਤਾਂ ਬਹੁਤ ਵੱਡਾ ਚੈਲੰਜ ਸੀ। ਮੈਡੀਕਲ ਆਕਸੀਜਨ ਨੂੰ ਦੇਸ਼ ਦੇ ਦੂਰ-ਦੁਰਾਡੇ ਹਿੱਸਿਆਂ ਤੱਕ ਪਹੁੰਚਾਉਣਾ ਆਪਣੇ ਆਪ ਵਿੱਚ ਵੱਡੀ ਚੁਣੌਤੀ ਸੀ। ਆਕਸੀਜਨ ਟੈਂਕਰ ਜ਼ਿਆਦਾ ਤੇਜ਼ ਚੱਲੇ, ਛੋਟੀ ਜਿਹੀ ਵੀ ਭੁੱਲ ਹੋਵੇ ਤਾਂ ਉਸ ਵਿੱਚ ਬਹੁਤ ਵੱਡੇ ਵਿਸਫੋਟ ਦਾ ਖਤਰਾ ਹੁੰਦਾ ਹੈ। ਇੰਡਸਟਰੀਅਲ ਆਕਸੀਜਨ ਦਾ ਉਤਪਾਦਨ ਕਰਨ ਵਾਲੇ ਕਾਫੀ ਪਲਾਂਟ ਦੇਸ਼ ਦੇ ਪੂਰਬੀ ਹਿੱਸਿਆਂ ਵਿੱਚ ਨੇ। ਉੱਥੋਂ ਦੂਸਰੇ ਰਾਜਾਂ ਵਿੱਚ ਆਕਸੀਜਨ ਪਹੁੰਚਾਉਣ ਦੇ ਲਈ ਵੀ ਕਈ ਦਿਨ ਦਾ ਸਮਾਂ ਲੱਗਦਾ ਹੈ। ਦੇਸ਼ ਦੇ ਸਾਹਮਣੇ ਆਈ ਇਸ ਚੁਣੌਤੀ ਵਿੱਚ ਦੇਸ਼ ਦੀ ਮਦਦ ਕੀਤੀ ਕ੍ਰਾਇਓਜੈਨਿਕ ਟੈਂਕਰ ਚਲਾਉਣ ਵਾਲੇ ਡਰਾਈਵਰਜ਼ ਨੇ, ਆਕਸੀਜਨ ਐਕਸਪ੍ਰੈਸ ਨੇ, ਏਅਰ ਫੋਰਸ ਦੇ ਪਾਇਲਟਸ ਨੇ। ਅਜਿਹੇ ਅਨੇਕਾਂ ਲੋਕਾਂ ਨੇ ਜੰਗੀ ਪੱਧਰ 'ਤੇ ਕੰਮ ਕਰਕੇ ਹਜ਼ਾਰਾਂ ਲੱਖਾਂ ਲੋਕਾਂ ਦਾ ਜੀਵਨ ਬਚਾਇਆ। ਅੱਜ ਮਨ ਕੀ ਬਾਤ ਵਿੱਚ ਸਾਡੇ ਨਾਲ ਅਜਿਹੇ ਇੱਕ ਸਾਥੀ ਜੁੜ ਰਹੇ ਨੇ, ਯੂਪੀ ਦੇ ਜੌਨਪੁਰ ਦੇ ਰਹਿਣ ਵਾਲੇ ਸ਼੍ਰੀਮਾਨ ਦਿਨੇਸ਼ ਉਪਾਧਿਆਏ ਜੀ। ਦਿਨੇਸ਼ ਜੀ, ਨਮਸਕਾਰ। ਜੀ ਸਰ ਜੀ, ਪ੍ਰਣਾਮ। ਸਭ ਤੋਂ ਪਹਿਲਾਂ ਤਾਂ ਮੈਂ ਚਾਹਾਂਗਾ ਕਿ ਤੁਸੀਂ ਜ਼ਰਾ ਆਪਣੇ ਬਾਰੇ ਸਾਨੂੰ ਜ਼ਰੂਰ ਦੱਸੋ। ਸਰ, ਮੇਰਾ ਨਾਮ ਦਿਨੇਸ਼ ਬਾਬੁਲਨਾਥ ਉਪਾਧਿਆਏ ਹੈ। ਮੈਂ ਪਿੰਡ ਹਸਨਪੁਰ, ਡਾਕਖਾਨਾ ਜਮੂਆ, ਜ਼ਿਲ੍ਹਾ ਜੌਨਪੁਰ ਦਾ ਨਿਵਾਸੀ ਹਾਂ ਸਰ। ਉੱਤਰ ਪ੍ਰਦੇਸ਼ ਤੋਂ ਹੋ? ਹਾਂ ਸਰ ਜੀ। ਅਤੇ ਸਰ ਮੇਰਾ ਇੱਕ ਲੜਕਾ ਹੈ, 2 ਲੜਕੀਆਂ ਅਤੇ ਪਤਨੀ ਅਤੇ ਮਾਂ-ਬਾਪ। ਹੋਰ ਤੁਸੀਂ ਕੀ ਕਰਦੇ ਹੋ? ਸਰ ਮੈਂ ਆਕਸੀਜਨ ਦਾ ਟੈਂਕਰ ਚਲਾਉਂਦਾ ਸਰ, ਲਿਕੁਇਡ ਆਕਸੀਜਨ ਦਾ। ਬੱਚਿਆਂ ਦੀ ਪੜ੍ਹਾਈ ਠੀਕ ਤਰ੍ਹਾਂ ਨਾਲ ਹੋ ਰਹੀ ਹੈ? ਹਾਂ ਸਰ, ਬੱਚਿਆਂ ਦੀ ਪੜ੍ਹਾਈ ਹੋ ਰਹੀ ਆ। ਲੜਕੀਆਂ ਵੀ ਪੜ੍ਹ ਰਹੀਆਂ ਨੇ ਦੋਵੇਂ ਅਤੇ ਮੇਰਾ ਲੜਕਾ ਵੀ ਪੜ੍ਹ ਰਿਹਾ ਸਰ। ਇਹ ਆਨਲਾਈਨ ਪੜ੍ਹਾਈ ਵੀ ਠੀਕ ਤਰ੍ਹਾਂ ਨਾਲ ਚੱਲਦੀ ਹੈ ਉਹਨਾਂ ਦੀ? ਹਾਂ ਸਰ, ਚੰਗੇ ਢੰਗ ਨਾਲ ਕਰ ਰਹੇ ਨੇ।
ਹੁਣ ਬੱਚੀਆਂ ਪੜ੍ਹ ਰਹੀਆਂ ਨੇ, ਆਨਲਾਈਨ ਹੀ ਪੜ੍ਹ ਰਹੀਆਂ ਨੇ ਸਰ। 15 ਤੋਂ 17 ਸਾਲ ਹੋ ਗਏ ਸਰ ਮੈਨੂੰ ਆਕਸੀਜਨ ਦਾ ਟੈਂਕਰ ਚਲਾਉਂਦਿਆਂ। ਚੰਗਾ, ਤੁਸੀਂ ਇਹ 15-17 ਸਾਲਾਂ ਤੋਂ ਸਿਰਫ ਆਕਸੀਜਨ ਲੈ ਕੇ ਜਾਂਦੇ ਹੋ, ਤਾਂ ਸਿਰਫ ਟਰੱਕ ਡਰਾਈਵਰ ਨਹੀਂ ਹੋ, ਤੁਸੀਂ ਇੱਕ ਤਰ੍ਹਾਂ ਨਾਲ ਲੱਖਾਂ ਦਾ ਜੀਵਨ ਬਚਾਉਣ ਵਿੱਚ ਲੱਗੇ ਹੋਏ ਹੋ। ਸਰ ਸਾਡਾ ਕੰਮ ਹੀ ਅਜਿਹਾ ਸਰ, ਆਕਸੀਜਨ ਟੈਂਕਰ ਦਾ। ਸਾਡੀ ਜੋ ਕੰਪਨੀ ਹੈ ਆਈਨੌਕਸ ਕੰਪਨੀ, ਉਹ ਵੀ ਸਾਡਾ ਬਹੁਤ ਖਿਆਲ ਰੱਖਦੀ ਹੈ ਅਤੇ ਅਸੀਂ ਲੋਕ ਕਿਤੇ ਵੀ ਜਾ ਕੇ ਆਕਸੀਜਨ ਖਾਲੀ ਕਰਦੇ ਹਾਂ ਤਾਂ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਸਰ। ਪਰ ਹੁਣ ਕਰੋਨਾ ਦੇ ਸਮੇਂ ਵਿੱਚ ਤੁਹਾਡੀ ਜ਼ਿੰਮੇਵਾਰੀ ਬਹੁਤ ਵੱਧ ਗਈ ਹੈ। ਹਾਂ ਸਰ, ਬਹੁਤ ਵੱਧ ਗਈ ਹੈ। ਜਦੋਂ ਤੁਸੀਂ ਆਪਣੇ ਟਰੱਕ ਦੀ ਡਰਾਈਵਿੰਗ ਸੀਟ ਤੇ ਹੁੰਦੇ ਹੋ ਤਾਂ ਤੁਹਾਡੇ ਮਨ ਵਿੱਚ ਕੀ ਭਾਵ ਹੁੰਦਾ ਹੈ? ਪਹਿਲਾਂ ਦੀ ਤੁਲਨਾ ਵਿੱਚ ਕੀ ਵੱਖਰਾ ਅਨੁਭਵ ਹੈ? ਕਾਫੀ ਦਬਾਅ ਵੀ ਰਹਿੰਦਾ ਹੋਵੇਗਾ, ਮਾਨਸਿਕ ਤਣਾਅ ਵੀ ਰਹਿੰਦਾ ਹੋਵੇਗਾ, ਪਰਿਵਾਰ ਦੀ ਚਿੰਤਾ, ਕਰੋਨਾ ਦਾ ਮਾਹੌਲ, ਲੋਕਾਂ ਵੱਲੋਂ ਦਬਾਅ, ਮੰਗਾਂ, ਕੀ ਕੁਝ ਹੁੰਦਾ ਹੋਵੇਗਾ? ਸਰ ਸਾਨੂੰ ਕੋਈ ਚਿੰਤਾ ਨਹੀਂ ਹੁੰਦੀ, ਸਾਨੂੰ ਬਸ ਇਹੀ ਹੁੰਦਾ ਕਿ ਅਸੀਂ ਆਪਣਾ ਜੋ ਫਰਜ਼ ਅਦਾ ਕਰ ਰਹੇ ਹਾਂ ਸਰ, ਉਹ ਵੀ ਟਾਈਮ 'ਤੇ ਜਾ ਕੇ ਜੇਕਰ ਸਾਡੀ ਆਕਸੀਜਨ ਨਾਲ ਕਿਸੇ ਨੂੰ ਜੀਵਨ ਮਿਲਦਾ ਤਾਂ ਸਾਡੇ ਲਈ ਇਹ ਬਹੁਤ ਫਖਰ ਦੀ ਗੱਲ ਹੈ। ਬਹੁਤ ਉੱਤਮ ਤਰੀਕੇ ਨਾਲ ਤੁਸੀਂ ਆਪਣੀ ਭਾਵਨਾ ਵਿਅਕਤ ਕਰ ਰਹੇ ਹੋ। ਅੱਛਾ, ਇਹ ਦੱਸੋ, ਅੱਜ ਜਦੋਂ ਇਸ ਮਹਾਮਾਰੀ ਦੇ ਸਮੇਂ ਲੋਕ ਤੁਹਾਡੇ ਕੰਮ ਦੇ ਮਹੱਤਵ ਨੂੰ ਵੇਖ ਰਹੇ ਨੇ, ਜੋ ਸ਼ਾਇਦ ਪਹਿਲਾਂ ਇੰਨਾ ਨਹੀਂ ਸਮਝਿਆ ਹੋਵੇਗਾ, ਹੁਣ ਸਮਝ ਰਹੇ ਨੇ, ਤਾਂ ਕੀ ਤੁਹਾਡੇ ਅਤੇ ਤੁਹਾਡੇ ਕੰਮ ਦੇ ਪ੍ਰਤੀ ਉਹਨਾਂ ਦੇ ਨਜ਼ਰੀਏ ਵਿੱਚ ਬਦਲਾਅ ਆਇਆ? ਹਾਂ ਸਰ ਜੀ, ਪਹਿਲਾਂ ਅਸੀਂ ਆਕਸੀਜਨ ਦੇ ਡਰਾਈਵਰ ਕਿਤੇ ਵੀ ਜਾਮ ਵਿੱਚ ਇੱਧਰ ਉੱਧਰ ਫਸੇ ਰਹਿੰਦੇ ਸੀ, ਲੇਕਿਨ ਅੱਜ ਦੀ ਡੇਟ ਵਿੱਚ ਪ੍ਰਸ਼ਾਸਨ ਨੇ ਵੀ ਸਾਡੇ ਲੋਕਾਂ ਦੀ ਬਹੁਤ ਹੈਲਪ ਕੀਤੀ ਹੈ ਅਤੇ ਜਿੱਥੇ ਵੀ ਅਸੀਂ ਜਾਂਦੇ ਹਾਂ ਸਾਡੇ ਅੰਦਰ ਵੀ ਜਿਗਿਆਸਾ ਹੁੰਦੀ ਹੈ ਕਿ ਅਸੀਂ ਕਿੰਨੀ ਜਲਦੀ ਪਹੁੰਚ ਕੇ ਲੋਕਾਂ ਦੀ ਜਾਨ ਬਚਾਈਏ ਸਰ। ਭਾਵੇਂ ਖਾਣਾ ਮਿਲੇ ਭਾਵੇਂ ਨਾ ਮਿਲੇ, ਕੁਝ ਵੀ ਦਿੱਕਤ ਹੋਵੇ, ਪਰ ਅਸੀਂ ਹਸਪਤਾਲ ਪਹੁੰਚਦੇ ਹਾਂ। ਜਦੋਂ ਟੈਂਕਰ ਲੈ ਕੇ ਪਹੁੰਚਦੇ ਹਾਂ ਅਤੇ ਵੇਖਦੇ ਹਾਂ ਕਿ ਹਸਪਤਾਲ ਵਾਲੇ ਸਾਨੂੰ ਲੋਕਾਂ ਨੂੰ ਵੀ ਦਾ ਇਸ਼ਾਰਾ ਕਰਦੇ ਨੇ, ਉਹਨਾਂ ਦੀ ਫੈਮਿਲੀ ਦੇ ਲੋਕ ਜਿਨ੍ਹਾਂ ਦੇ ਘਰ ਵਾਲੇ ਐਡਮਿਟ ਹੁੰਦੇ ਨੇ। ਅੱਛਾ, ਵਿਕਟਰੀ ਦਾ ਵੀ ਵਿਖਾਉਂਦੇ ਨੇ? ਹਾਂ ਸਰ, ਵੀ ਵਿਖਾਉਂਦੇ ਨੇ, ਕੋਈ ਅੰਗੂਠਾ ਵਿਖਾਉਂਦਾ। ਸਾਨੂੰ ਬਹੁਤ ਤਸੱਲੀ ਮਿਲਦੀ ਹੈ ਜੀਵਨ ਵਿੱਚ ਕਿ ਅਸੀਂ ਕੋਈ ਚੰਗਾ ਕੰਮ ਜ਼ਰੂਰ ਕੀਤਾ ਜੋ ਮੈਨੂੰ ਇਹੋ ਜਿਹੀ ਸੇਵਾ ਕਰਨ ਦਾ ਮੌਕਾ ਮਿਲਿਆ। ਸਾਰੀ ਥਕਾਨ ਉਤਰ ਜਾਂਦੀ ਹੋਏਗੀ? ਹਾਂ ਸਰ, ਹਾਂ ਸਰ। ਤਾਂ ਘਰ ਆ ਕੇ ਬੱਚਿਆਂ ਨੂੰ ਗੱਲਾਂ ਦੱਸਦੇ ਹੋ ਤੁਸੀਂ ਸਭ? ਨਹੀਂ ਸਰ, ਬੱਚੇ ਤਾਂ ਸਾਡੇ ਪਿੰਡ ਵਿੱਚ ਰਹਿੰਦੇ ਨੇ। ਅਸੀਂ ਤਾਂ ਇੱਥੇ ਆਈਨੌਕਸ 에ਅਰ ਪ੍ਰੋਡਕਟ ਵਿੱਚ ਮੈਂ ਡਰਾਈਵਰੀ ਕਰਦਾ, 8-9 ਮਹੀਨਿਆਂ ਦੇ ਬਾਅਦ ਘਰ ਜਾਂਦਾ। ਤਾਂ ਕਦੇ ਫੋਨ ਤੇ ਬੱਚਿਆਂ ਨਾਲ ਗੱਲ ਕਰਦੇ ਹੋਵੋਗੇ? ਹਾਂ ਸਰ, ਗੱਲਬਾਤ ਹੁੰਦੀ ਰਹਿੰਦੀ ਹੈ। ਤਾਂ ਉਹਨਾਂ ਦੇ ਮਨ ਵਿੱਚ ਆਉਂਦਾ ਹੋਵੇਗਾ, ਪਿਤਾ ਜੀ ਜ਼ਰਾ ਸੰਭਲੋ ਅਜਿਹੇ ਸਮੇਂ। ਸਰ ਜੀ, ਉਹ ਲੋਕ ਕਹਿੰਦੇ ਨੇ ਪਾਪਾ ਕੰਮ ਕਰੋ ਲੇਕਿਨ ਆਪਣੀ ਸੇਫਟੀ ਨਾਲ ਕਰੋ, ਅਤੇ ਅਸੀਂ ਲੋਕ ਸਰ ਸੇਫਟੀ ਨਾਲ ਕੰਮ ਕਰਦੇ ਹਾਂ। ਸਾਡਾ ਮਾਨਗਾਂਵ ਪਲਾਂਟ ਵੀ ਹੈ, ਆਈਨੌਕਸ ਬਹੁਤ ਸਾਡੇ ਲੋਕਾਂ ਦੀ ਹੈਲਪ ਕਰਦਾ। ਚਲੋ ਦਿਨੇਸ਼ ਜੀ, ਮੈਨੂੰ ਬਹੁਤ ਚੰਗਾ ਲੱਗਾ ਤੁਹਾਡੀਆਂ ਗੱਲਾਂ ਸੁਣ ਕੇ, ਅਤੇ ਦੇਸ਼ ਨੂੰ ਵੀ ਲੱਗੇਗਾ ਕਿ ਇਸ ਕਰੋਨਾ ਦੀ ਲੜਾਈ ਵਿੱਚ ਕਿਵੇਂ ਕਿਸ ਤਰ੍ਹਾਂ ਦੇ ਲੋਕ ਕੰਮ ਕਰ ਰਹੇ ਨੇ। ਤੁਸੀਂ 9-9 ਮਹੀਨਿਆਂ ਤੱਕ ਆਪਣੇ ਬੱਚਿਆਂ ਨੂੰ ਨਹੀਂ ਮਿਲ ਰਹੇ, ਪਰਿਵਾਰ ਨੂੰ ਨਹੀਂ ਮਿਲ ਰਹੇ, ਸਿਰਫ ਲੋਕਾਂ ਦੀ ਜਾਨ ਬਚ ਜਾਏ। ਜਦੋਂ ਇਹ ਦੇਸ਼ ਸੁਣੇਗਾ ਨਾ, ਦੇਸ਼ ਨੂੰ ਫਖਰ ਹੋਏਗਾ ਕਿ ਲੜਾਈ ਅਸੀਂ ਜਿੱਤਾਂਗੇ, ਕਿਉਂਕਿ ਦਿਨੇਸ਼ ਉਪਾਧਿਆਏ ਵਰਗੇ ਲੱਖਾਂ ਅਜਿਹੇ ਲੋਕ ਨੇ ਜੋ ਜੀ ਜਾਨ ਨਾਲ ਜੁਟੇ ਹੋਏ ਨੇ। ਸਰ ਜੀ, ਅਸੀਂ ਲੋਕ ਕਰੋਨਾ ਨੂੰ ਕਿਸੇ ਨਾ ਕਿਸੇ ਦਿਨ ਜ਼ਰੂਰ ਹਰਾਵਾਂਗੇ ਸਰ ਜੀ। ਅੱਛਾ ਦਿਨੇਸ਼ ਜੀ, ਤੁਹਾਡੀ ਭਾਵਨਾ ਹੀ ਤਾਂ ਦੇਸ਼ ਦੀ ਤਾਕਤ ਹੈ। ਬਹੁਤ ਬਹੁਤ ਧੰਨਵਾਦ ਦਿਨੇਸ਼ ਜੀ। ਆਪਣੇ ਬੱਚਿਆਂ ਨੂੰ ਮੇਰਾ ਆਸ਼ੀਰਵਾਦ ਦੇਣਾ। ਠੀਕ ਹੈ ਸਰ, ਪ੍ਰਣਾਮ। ਧੰਨਵਾਦ। ਪ੍ਰਣਾਮ ਪ੍ਰਣਾਮ। ਧੰਨਵਾਦ। ਸਾਥੀਓ, ਜਿਵੇਂ ਕਿ ਦਿਨੇਸ਼ ਜੀ ਦੱਸਦੇ ਸਨ, ਵਾਕਿਆ ਹੀ ਜਦੋਂ ਟੈਂਕਰ ਡਰਾਈਵਰ ਆਕਸੀਜਨ ਲੈ ਕੇ ਹਸਪਤਾਲ ਪਹੁੰਚਦੇ ਨੇ ਤਾਂ ਪਰਮਾਤਮਾ ਦੇ ਭੇਜੇ ਹੋਏ ਦੂਤ ਹੀ ਲੱਗਦੇ ਨੇ। ਅਸੀਂ ਸਮਝ ਸਕਦੇ ਹਾਂ ਕਿ ਇਹ ਕੰਮ ਕਿੰਨੀ ਜ਼ਿੰਮੇਵਾਰੀ ਦਾ ਹੁੰਦਾ ਹੈ ਅਤੇ ਇਸ ਵਿੱਚ ਕਿੰਨਾ ਮਾਨਸਿਕ ਦਬਾਅ ਵੀ ਹੁੰਦਾ ਹੈ। ਸਾਥੀਓ, ਚੁਣੌਤੀ ਦੇ ਇਸ ਸਮੇਂ ਵਿੱਚ ਆਕਸੀਜਨ ਦੇ ਟਰਾਂਸਪੋਰਟੇਸ਼ਨ ਨੂੰ ਆਸਾਨ ਕਰਨ ਦੇ ਲਈ ਭਾਰਤੀ ਰੇਲ ਵੀ ਅੱਗੇ ਆਈ ਹੈ। ਆਕਸੀਜਨ ਐਕਸਪ੍ਰੈਸ, ਆਕਸੀਜਨ ਰੇਲ ਨੇ ਸੜਕ 'ਤੇ ਚੱਲਣ ਵਾਲੇ ਆਕਸੀਜਨ ਟੈਂਕਰ ਤੋਂ ਕਿਤੇ ਜ਼ਿਆਦਾ ਤੇਜ਼ੀ ਨਾਲ, ਕਿਤੇ ਜ਼ਿਆਦਾ ਮਾਤਰਾ ਵਿੱਚ ਆਕਸੀਜਨ ਦੇਸ਼ ਦੇ ਕੋਨੇ-ਕੋਨੇ ਵਿੱਚ ਪਹੁੰਚਾਈ ਹੈ। ਮਾਵਾਂ ਭੈਣਾਂ ਨੂੰ ਇਹ ਸੁਣ ਕੇ ਫਖਰ ਹੋਏਗਾ ਕਿ ਆਕਸੀਜਨ ਐਕਸਪ੍ਰੈਸ ਤਾਂ ਪੂਰੀ ਤਰ੍ਹਾਂ ਮਹਿਲਾਵਾਂ ਹੀ ਚਲਾ ਰਹੀਆਂ ਨੇ। ਦੇਸ਼ ਦੀ ਹਰ ਨਾਰੀ ਨੂੰ ਇਸ ਗੱਲ ਦਾ ਫਖਰ ਹੋਏਗਾ। ਇੰਨਾ ਹੀ ਨਹੀਂ, ਹਰ ਹਿੰਦੁਸਤਾਨੀ ਨੂੰ ਫਖਰ ਹੋਏਗਾ। ਮੈਂ ਆਕਸੀਜਨ ਐਕਸਪ੍ਰੈਸ ਦੀ ਇੱਕ ਲੋਕੋ ਪਾਇਲਟ ਸ਼ਿਰਿਸ਼ਾ ਗਜਨੀ ਜੀ ਨੂੰ ਮਨ ਕੀ ਬਾਤ ਵਿੱਚ ਸੱਦਾ ਦਿੱਤਾ ਹੈ। ਸ਼ਿਰਿਸ਼ਾ ਜੀ, ਨਮਸਤੇ। ਨਮਸਤੇ ਸਰ, ਕਿਵੇਂ ਹੋ ਸਰ? ਮੈਂ ਬਹੁਤ ਠੀਕ ਹਾਂ ਸ਼ਿਰਿਸ਼ਾ ਜੀ।
ਮੈਂ ਸੁਣਿਆ ਹੈ ਕਿ ਤੁਸੀਂ ਤਾਂ ਰੇਲਵੇ ਪਾਇਲਟ ਦੇ ਰੂਪ ਵਿੱਚ ਕੰਮ ਕਰ ਰਹੇ ਹੋ ਅਤੇ ਮੈਨੂੰ ਦੱਸਿਆ ਗਿਆ ਹੈ ਕਿ ਤੁਹਾਡੀ ਪੂਰੀ ਮਹਿਲਾਵਾਂ ਦੀ ਟੋਲੀ ਇਸ ਆਕਸੀਜਨ ਐਕਸਪ੍ਰੈਸ ਨੂੰ ਚਲਾ ਰਹੀ ਹੈ। ਸ਼ਿਰੀਸ਼ਾ ਜੀ, ਤੁਸੀਂ ਬਹੁਤ ਹੀ ਸ਼ਾਨਦਾਰ ਕੰਮ ਕਰ ਰਹੇ ਹੋ। ਕੋਰੋਨਾ ਕਾਲ ਵਿੱਚ ਤੁਹਾਡੇ ਵਰਗੀਆਂ ਅਨੇਕਾਂ ਮਹਿਲਾਵਾਂ ਨੇ ਅੱਗੇ ਆ ਕੇ ਕੋਰੋਨਾ ਨਾਲ ਲੜਨ ਵਿੱਚ ਦੇਸ਼ ਨੂੰ ਤਾਕਤ ਦਿੱਤੀ ਹੈ। ਤੁਸੀਂ ਵੀ ਨਾਰੀ ਸ਼ਕਤੀ ਦਾ ਬਹੁਤ ਵੱਡਾ ਉਦਾਹਰਣ ਹੋ। ਲੇਕਿਨ ਦੇਸ਼ ਜਾਣਨਾ ਚਾਹੇਗਾ, ਮੈਂ ਜਾਣਨਾ ਚਾਹੁੰਦਾ ਕਿ ਤੁਹਾਨੂੰ ਇਹ ਮੋਟੀਵੇਸ਼ਨ ਕਿੱਥੋਂ ਮਿਲਦਾ ਹੈ। ਸਰ, ਮੇਰਾ ਮੋਟੀਵੇਸ਼ਨ ਮੇਰੇ ਫਾਦਰ ਮਦਰ 'ਚ ਹੈ ਸਰ। ਮੇਰੇ ਫਾਦਰ ਗਵਰਨਮੈਂਟ EMPLOYE ਨੇ ਸਰ। Actually, I'm having 2 elder sisters, sir. We are 3 members, ladies only. But my father giving very encourage to work. My first sister doing government job in bank and I'm settled in railway. My parents only encourage me. ਅੱਛਾ ਸ਼ਿਰੀਸ਼ਾ ਜੀ, ਤੁਸੀਂ ਆਪਣੇ ਆਮ ਦਿਨਾਂ ਵਿੱਚ ਵੀ ਰੇਲਵੇ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ ਨੇ, ਟ੍ਰੇਨ ਨੂੰ ਸੁਭਾਵਿਕ ਰੂਪ ਨਾਲ ਚਲਾਇਆ ਹੈ। ਲੇਕਿਨ ਜਦੋਂ ਇਹ ਇੱਕ ਪਾਸੇ ਆਕਸੀਜਨ ਦੀ ਇੰਨੀ ਮੰਗ ਅਤੇ ਜਦੋਂ ਤੁਸੀਂ ਆਕਸੀਜਨ ਨੂੰ ਲੈ ਕੇ ਜਾ ਰਹੇ ਹੋ ਤਾਂ ਥੋੜ੍ਹਾ ਜ਼ਿੰਮੇਵਾਰੀ ਭਰਿਆ ਕੰਮ ਹੋਏਗਾ, ਥੋੜ੍ਹੀਆਂ ਹੋਰ ਜ਼ਿੰਮੇਵਾਰੀਆਂ ਹੋਣਗੀਆਂ। ਆਮ ਗੁੱਡਸ ਨੂੰ ਲੈ ਕੇ ਜਾਣਾ ਵੱਖ ਗੱਲ ਹੈ, ਆਕਸੀਜਨ ਤਾਂ ਬਹੁਤ ਹੀ ਡੈਲੀਕੇਟ ਵੀ ਹੁੰਦੀ ਹੈ। ਇਹਨਾਂ ਚੀਜ਼ਾਂ ਦਾ ਤੁਹਾਨੂੰ ਕੀ ਅਨੁਭਵ ਹੁੰਦਾ ਹੈ? ਮੈਂ ਹੈਪੀਲੀ ਫੀਲ ਕੀਤਾ ਹੈ ਕੰਮ ਕਰਨ ਦੇ ਲਈ। ਆਕਸੀਜਨ ਸਪੈਸ਼ਲ ਦੇਣ ਦੇ ਟਾਈਮ 'ਚ ਸਭ ਕੁਝ ਵੇਖਿਆ, ਸੇਫਟੀ ਦੇ ਵਾਈਜ਼, ਫਾਰਮੇਸ਼ਨ ਵਾਈਜ਼, ਐਨੀ ਲੀਕੇਜ। ਨੈਕਸਟ, ਇੰਡੀਅਨ ਰੇਲਵੇ ਸਪੋਰਟਿਵ ਹੈ ਸਰ। ਇਹ ਆਕਸੀਜਨ ਚਲਾਉਣ ਦੇ ਲਈ ਮੈਨੂੰ ਗ੍ਰੀਨ ਪਾਥ ਦਿੱਤਾ। ਇਹ ਗੱਡੀ ਚਲਾਉਣ ਦੇ ਲਈ 125 ਕਿਲੋਮੀਟਰਸ 1.5 ਆਵਰ 'ਚ ਹੀ ਰੀਚ ਹੋ ਗਿਆ। ਐਨੀ ਰੇਲਵੇ ਨੇ ਵੀ ਰਿਸਪੌਂਸਿਬਿਲਿਟੀ ਲਈ ਸਰ ਅਤੇ ਮੈਂ ਵੀ ਰਿਸਪੌਂਸਿਬਿਲਿਟੀ ਲਈ ਸਰ। ਵਾਹ! ਚਲੋ ਸ਼ਿਰੀਸ਼ਾ ਜੀ, ਮੈਂ ਤੁਹਾਨੂੰ ਬਹੁਤ ਵਧਾਈ ਦਿੰਦਾ ਅਤੇ ਤੁਹਾਡੇ ਪਿਤਾ ਜੀ, ਮਾਤਾ ਜੀ ਨੂੰ ਵਿਸ਼ੇਸ਼ ਰੂਪ ਵਿੱਚ ਪ੍ਰਣਾਮ ਕਰਦਾ, ਜਿਨ੍ਹਾਂ ਨੇ 3 ਬੇਟੀਆਂ ਨੂੰ ਇੰਨੀ ਪ੍ਰੇਰਣਾ ਦਿੱਤੀ ਅਤੇ ਉਹਨਾਂ ਨੂੰ ਇੰਨਾ ਅੱਗੇ ਵਧਾਇਆ ਅਤੇ ਇਸ ਤਰ੍ਹਾਂ ਦਾ ਹੌਸਲਾ ਦਿੱਤਾ। ਅਤੇ ਮੈਂ ਸਮਝਦਾ ਅਜਿਹੇ ਮਾਂ-ਬਾਪ ਨੂੰ ਵੀ ਪ੍ਰਣਾਮ ਅਤੇ ਤੁਹਾਡੀਆਂ ਸਾਰੀਆਂ ਭੈਣਾਂ ਨੂੰ ਵੀ ਪ੍ਰਣਾਮ, ਜਿਨ੍ਹਾਂ ਨੇ ਇਸ ਤਰ੍ਹਾਂ ਦੇਸ਼ ਦੀ ਸੇਵਾ ਵੀ ਕੀਤੀ ਅਤੇ ਜਜ਼ਬਾ ਵੀ ਵਿਖਾਇਆ। ਬਹੁਤ-ਬਹੁਤ ਧੰਨਵਾਦ ਸ਼ਿਰੀਸ਼ਾ। ਧੰਨਵਾਦ ਸਰ। ਥੈਂਕ ਯੂ ਸਰ। ਤੁਹਾਡੀਆਂ ਬਲੈਸਿੰਗਸ ਚਾਹੀਦੀਆਂ ਸਰ ਮੈਨੂੰ। ਬਸ ਪਰਮਾਤਮਾ ਦਾ ਆਸ਼ੀਰਵਾਦ ਤੁਹਾਡੇ 'ਤੇ ਬਣਿਆ ਰਹੇ, ਤੁਹਾਡੇ ਮਾਤਾ-ਪਿਤਾ ਦਾ ਆਸ਼ੀਰਵਾਦ ਬਣਿਆ ਰਹੇ। ਧੰਨਵਾਦ ਜੀ। ਧੰਨਵਾਦ ਸਰ। ਸਾਥੀਓ, ਅਸੀਂ ਹੁਣੇ ਸ਼ਿਰੀਸ਼ਾ ਦੀ ਗੱਲ ਸੁਣੀ। ਉਹਨਾਂ ਦੇ ਅਨੁਭਵ ਪ੍ਰੇਰਣਾ ਵੀ ਦਿੰਦੇ ਨੇ, ਭਾਵੁਕ ਵੀ ਕਰਦੇ ਨੇ। ਅਸਲ ਵਿੱਚ ਇਹ ਲੜਾਈ ਇੰਨੀ ਵੱਡੀ ਹੈ ਕਿ ਇਸ ਵਿੱਚ ਰੇਲਵੇ ਦੇ ਹੀ ਵਾਂਗ ਸਾਡਾ ਦੇਸ਼ ਜਲ, ਥਲ, ਆਕਾਸ਼ ਤਿੰਨਾਂ ਰਸਤਿਆਂ 'ਤੇ ਕੰਮ ਕਰ ਰਿਹਾ ਹੈ। ਇੱਕ ਪਾਸੇ ਖਾਲੀ ਟੈਂਕਰਜ਼ ਨੂੰ ਏਅਰ ਫੋਰਸ ਦੇ ਜਹਾਜ਼ਾਂ ਰਾਹੀਂ ਆਕਸੀਜਨ ਪਲਾਂਟਸ ਤੱਕ ਪਹੁੰਚਾਉਣ ਦਾ ਕੰਮ ਹੋ ਰਿਹਾ ਹੈ। ਦੂਸਰੇ ਪਾਸੇ ਨਵੇਂ ਆਕਸੀਜਨ ਪਲਾਂਟਸ ਬਣਾਉਣ ਦਾ ਕੰਮ ਵੀ ਪੂਰਾ ਕੀਤਾ ਜਾ ਰਿਹਾ ਹੈ। ਨਾਲ ਹੀ ਵਿਦੇਸ਼ਾਂ ਤੋਂ ਆਕਸੀਜਨ ਕੌਨਸਨਟ੍ਰੇਟਰਜ਼ ਅਤੇ ਕ੍ਰਾਇਓਜੈਨਿਕ ਟੈਂਕਰਜ਼ ਵੀ ਦੇਸ਼ ਵਿੱਚ ਲਿਆਂਦੇ ਜਾ ਰਹੇ ਨੇ। ਇਸ ਲਈ ਇਸ ਵਿੱਚ ਨੇਵੀ ਵੀ ਲੱਗੀ, ਏਅਰ ਫੋਰਸ ਵੀ ਲੱਗੀ, ਆਰਮੀ ਵੀ ਲੱਗੀ ਅਤੇ DRDO ਵਰਗੀਆਂ ਸਾਡੀਆਂ ਸੰਸਥਾਵਾਂ ਵੀ ਜੁਟੀਆਂ ਹੋਈਆਂ ਨੇ। ਸਾਡੇ ਕਿੰਨੇ ਹੀ ਵਿਗਿਆਨਕ, ਇੰਡਸਟਰੀ ਦੇ ਐਕਸਪਰਟ ਅਤੇ ਟੈਕਨੀਸ਼ੀਅਨਜ਼ ਵੀ ਜੰਗੀ ਪੱਧਰ 'ਤੇ ਕੰਮ ਕਰ ਰਹੇ ਨੇ। ਇਹਨਾਂ ਸਾਰਿਆਂ ਦੇ ਕੰਮ ਨੂੰ ਜਾਣਨ ਦੀ, ਸਮਝਣ ਦੀ ਜਿਗਿਆਸਾ ਸਾਰੇ ਦੇਸ਼ ਵਾਸੀਆਂ ਦੇ ਮਨ ਵਿੱਚ ਹੈ। ਇਸ ਲਈ ਸਾਡੇ ਨਾਲ ਸਾਡੀ ਏਅਰ ਫੋਰਸ ਦੇ ਗਰੁੱਪ ਕੈਪਟਨ ਪਟਨਾਇਕ ਜੀ ਜੁੜ ਰਹੇ ਨੇ। ਪਟਨਾਇਕ ਜੀ, ਜੈ ਹਿੰਦ। ਸਰ, ਜੈ ਹਿੰਦ। ਸਰ, ਮੈਂ ਗਰੁੱਪ ਕੈਪਟਨ AK ਪਟਨਾਇਕ ਹਾਂ, ਹਵਾਈ ਸੈਨਾ ਸਟੇਸ਼ਨ ਹਿੰਡਨ ਤੋਂ ਗੱਲ ਕਰ ਰਿਹਾ ਹਾਂ। ਪਟਨਾਇਕ ਜੀ, ਕੋਰੋਨਾ ਨਾਲ ਲੜਾਈ ਦੇ ਦੌਰਾਨ ਤੁਸੀਂ ਬਹੁਤ ਵੱਡੀ ਜ਼ਿੰਮੇਵਾਰੀ ਸੰਭਾਲ ਰਹੇ ਹੋ। ਦੁਨੀਆ ਭਰ ਵਿੱਚ ਜਾ ਕੇ ਟੈਂਕਰ ਲਿਆਉਣਾ, ਟੈਂਕਰ ਇੱਥੇ ਪਹੁੰਚਾਉਣਾ। ਮੈਂ ਜਾਣਨਾ ਚਾਹਾਂਗਾ ਕਿ ਇੱਕ ਫੌਜੀ ਦੇ ਤੌਰ 'ਤੇ ਇੱਕ ਵੱਖਰੀ ਤਰ੍ਹਾਂ ਦਾ ਕੰਮ ਤੁਸੀਂ ਕੀਤਾ ਹੈ। ਮਾਰਨ ਦੇ ਲਈ ਦੌੜਨਾ ਹੁੰਦਾ ਹੈ, ਅੱਜ ਤੁਸੀਂ ਜ਼ਿੰਦਗੀ ਬਚਾਉਣ ਦੇ ਲਈ ਦੌੜ ਰਹੇ ਹੋ। ਕਿਵੇਂ ਅਨੁਭਵ ਹੋ ਰਿਹਾ ਹੈ? ਸਰ, ਇਸ ਸੰਕਟ ਦੇ ਸਮੇਂ 'ਚ ਆਪਣੇ ਦੇਸ਼ ਵਾਸੀਆਂ ਦੀ ਮਦਦ ਕਰ ਸਕਦੇ ਹਾਂ, ਇਹ ਸਾਡੇ ਲਈ ਬਹੁਤ ਹੀ ਸੁਭਾਗ ਦੀ ਗੱਲ ਹੈ ਸਰ। ਇਹ ਜੋ ਵੀ ਮਿਸ਼ਨਜ਼ ਮਿਲੇ ਨੇ, ਅਸੀਂ ਬਾਖੂਬੀ ਉਹਨਾਂ ਨੂੰ ਨਿਭਾ ਰਹੇ ਹਾਂ। ਸਾਡੀਆਂ ਟ੍ਰੇਨਿੰਗ ਅਤੇ ਸਪੋਰਟ ਸਰਵਿਸਿਜ਼ ਹਨ ਜੋ ਸਾਡੀ ਪੂਰੀ ਮਦਦ ਕਰ ਰਹੀਆਂ ਹਨ। ਅਤੇ ਸਭ ਤੋਂ ਵੱਡੀ ਚੀਜ਼ ਹੈ ਸਰ, ਇਸ ਵਿੱਚ ਜੋ ਸਾਨੂੰ ਜੌਬ ਸੈਟਿਸਫੈਕਸ਼ਨ ਮਿਲ ਰਹੀ ਹੈ ਉਹ ਬਹੁਤ ਹੀ ਹਾਈ ਲੈਵਲ ਦੀ ਹੈ। ਇਸੇ ਵਜ੍ਹਾ ਨਾਲ ਅਸੀਂ ਕੰਟੀਨਿਊਅਸ ਆਪਰੇਸ਼ਨਸ ਕਰ ਪਾ ਰਹੇ ਹਾਂ। ਕੈਪਟਨ, ਤੁਸੀਂ ਇਹਨਾਂ ਦਿਨਾਂ ਵਿੱਚ ਜੋ ਯਤਨ ਕੀਤੇ ਨੇ ਅਤੇ ਉਹ ਵੀ ਘੱਟ ਤੋਂ ਘੱਟ ਸਮੇਂ ਵਿੱਚ ਸਭ ਕੁਝ ਕਰਨਾ ਪਿਆ, ਉਸ ਵਿੱਚ ਇੰਨੀ ਦਿਨੀਂ ਕੀ ਅਨੁਭਵ ਰਿਹਾ ਤੁਹਾਡਾ? ਸਰ, ਪਿਛਲੇ 1 ਮਹੀਨੇ ਤੋਂ ਅਸੀਂ ਕੰਟੀਨਿਊਸਲੀ ਆਕਸੀਜਨ ਟੈਂਕਰਜ਼, ਲਿਕੁਇਡ ਆਕਸੀਜਨ ਕੰਟੇਨਰਜ਼, ਡੋਮੈਸਟਿਕ ਡੈਸਟੀਨੇਸ਼ਨਜ਼ ਅਤੇ ਇੰਟਰਨੈਸ਼ਨਲ ਡੈਸਟੀਨੇਸ਼ਨ ਦੋਵਾਂ ਤੋਂ ਚੁੱਕ ਰਹੇ ਹਾਂ ਸਰ। ਲਗਭਗ 1600 ਸੌਰਟੀਜ਼ ਤੋਂ ਜ਼ਿਆਦਾ ਏਅਰ ਫੋਰਸ ਕਰ ਚੁੱਕੀ ਹੈ
ਤੇ 3000 ਤੋਂ ਜ਼ਿਆਦਾ ਘੰਟੇ ਅਸੀਂ ਉੱਡ ਚੁੱਕੇ ਹਾਂ। ਲਗਭਗ 160 ਇੰਟਰਨੈਸ਼ਨਲ ਮਿਸ਼ਨਸ ਕਰ ਚੁੱਕੇ ਹਾਂ, ਜਿਸ ਵਜ੍ਹਾ ਨਾਲ ਅਸੀਂ ਹਰ ਜਗ੍ਹਾ ਤੋਂ ਆਕਸੀਜਨ ਟੈਂਕਰਸ, ਜੋ ਪਹਿਲਾਂ ਜੇਕਰ ਡੋਮੈਸਟਿਕ ਵਿੱਚ 2 ਤੋਂ 3 ਦਿਨ ਲੱਗਦੇ ਸਨ, ਅਸੀਂ ਇਸ ਨੂੰ 2 ਤੋਂ 3 ਘੰਟੇ ਵਿੱਚ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚਾ ਸਕਦੇ ਹਾਂ ਸਰ। ਤੇ ਇੰਟਰਨੈਸ਼ਨਲ ਮਿਸ਼ਨਸ ਵਿੱਚ ਵੀ ਵਿਦਿਨ 24 ਆਵਰਸ ਕੰਟੀਨਿਊਅਸ ਰਾਊਂਡ ਦ ਕਲੌਕ ਆਪਰੇਸ਼ਨਸ ਕਰਕੇ ਪੂਰੀ ਏਅਰ ਫੋਰਸ ਇਸ ਵਿੱਚ ਲੱਗੀ ਹੋਈ ਹੈ ਕਿ ਜਿੰਨੀ ਜਲਦੀ ਹੋ ਸਕੇ ਅਸੀਂ ਜ਼ਿਆਦਾ ਟੈਂਕਰਸ ਲਿਆ ਸਕੀਏ ਤੇ ਦੇਸ਼ ਦੀ ਮਦਦ ਕਰ ਸਕੀਏ ਸਰ। ਕੈਪਟਨ, ਤੁਹਾਨੂੰ ਇੰਟਰਨੈਸ਼ਨਲ ਵਿੱਚ ਹੁਣ ਕਿੱਥੇ-ਕਿੱਥੇ ਦੌੜਨਾ ਭੱਜਣਾ ਪਿਆ? ਸਰ, ਸ਼ਾਰਟ ਨੋਟਿਸ ਤੇ ਅਸੀਂ ਸਿੰਗਾਪੁਰ, ਦੁਬਈ, ਬੈਲਜੀਅਮ, ਜਰਮਨੀ, UK, ਇਹਨਾਂ ਸਾਰੀਆਂ ਜਗ੍ਹਾ ਤੇ ਡਿਫਰੈਂਟ ਫਲੀਟਸ ਆਫ ਇੰਡੀਅਨ ਏਅਰ ਫੋਰਸ ਸਰ, IL-76, C-17 ਤੇ ਬਾਕੀ ਸਾਰੇ ਜਹਾਜ਼ ਗਏ ਸਨ ਅਤੇ C-130 ਸ਼ਾਰਟ ਨੋਟਿਸ ਤੇ ਇਹ ਮਿਸ਼ਨ ਪਲਾਨ ਕਰਕੇ ਸਾਡੀ ਟ੍ਰੇਨਿੰਗ ਤੇ ਜੋਸ਼ ਦੀ ਵਜ੍ਹਾ ਨਾਲ ਅਸੀਂ ਟਾਈਮਲੀ ਇਹਨਾਂ ਮਿਸ਼ਨਸ ਨੂੰ ਕੰਪਲੀਟ ਕਰ ਸਕੇ ਹਾਂ ਸਰ। ਵੇਖੋ, ਇਸ ਵਾਰੀ ਦੇਸ਼ ਫਖਰ ਅਨੁਭਵ ਕਰਦਾ ਹੈ ਕਿ ਜਲ ਹੋਵੇ, ਥਲ ਹੋਵੇ, ਆਕਾਸ਼ ਹੋਵੇ, ਸਾਡੇ ਸਾਰੇ ਜਵਾਨ ਇਸ ਕਰੋਨਾ ਦੇ ਖਿਲਾਫ ਲੜਾਈ ਵਿੱਚ ਲੱਗੇ ਨੇ। ਤੇ ਕੈਪਟਨ, ਤੁਸੀਂ ਵੀ ਬਹੁਤ ਵੱਡੀ ਜ਼ਿੰਮੇਵਾਰੀ ਨਿਭਾਈ ਹੈ। ਮੈਂ ਤੁਹਾਨੂੰ ਵੀ ਬਹੁਤ ਵਧਾਈ ਦਿੰਦਾ। ਥੈਂਕ ਯੂ ਸੋ ਮਚ ਸਰ। ਅਸੀਂ ਆਪਣੀ ਪੂਰੀ ਕੋਸ਼ਿਸ਼ ਵਿੱਚ ਜੀ ਜਾਨ ਨਾਲ ਲੱਗੇ ਹੋਏ ਹਾਂ। ਔਰ ਸਰ, ਮੇਰੀ ਬੇਟੀ ਵੀ ਹੈ ਮੇਰੇ ਨਾਲ ਸਰ, ਅਦਿਤੀ। ਅਰੇ ਵਾਹ! ਨਮਸਤੇ ਮੋਦੀ ਜੀ। ਨਮਸਤੇ ਬੇਟੀ, ਨਮਸਤੇ। ਅਦਿਤੀ, ਤੂੰ ਕਿੰਨੇ ਸਾਲ ਦੀ ਹੈ? ਮੈਂ 12 ਸਾਲ ਦੀ ਹਾਂ ਤੇ 8ਵੀਂ ਕਲਾਸ 'ਚ ਪੜ੍ਹਦੀ ਹਾਂ। ਤੇ ਜਦੋਂ ਤੁਹਾਡੇ ਪਿਤਾ ਜੀ ਬਾਹਰ ਜਾਂਦੇ ਨੇ, ਯੂਨੀਫਾਰਮ ਵਿੱਚ ਰਹਿੰਦੇ ਨੇ? ਹਾਂ, ਉਹਨਾਂ ਦੇ ਲਈ ਮੈਨੂੰ ਬਹੁਤ ਪ੍ਰਾਊਡ ਹੁੰਦਾ ਹੈ, ਬਹੁਤ ਫਖਰ ਮਹਿਸੂਸ ਹੁੰਦਾ ਹੈ ਕਿ ਉਹ ਇੰਨਾ ਸਾਰਾ ਮਹੱਤਵਪੂਰਨ ਕੰਮ ਕਰ ਰਹੇ ਨੇ। ਜੋ ਸਾਰੇ ਕਰੋਨਾ ਪੀੜਿਤ ਲੋਕ ਨੇ, ਉਹਨਾਂ ਦੀ ਇੰਨੀ ਜ਼ਿਆਦਾ ਮਦਦ ਕਰ ਰਹੇ ਨੇ ਤੇ ਇੰਨੇ ਸਾਰੇ ਦੇਸ਼ਾਂ ਤੋਂ ਆਕਸੀਜਨ ਟੈਂਕਰਸ ਲਿਆ ਰਹੇ ਨੇ, ਕੰਟੇਨਰਸ ਲਿਆ ਰਹੇ ਨੇ। ਲੇਕਿਨ ਬੇਟੀ ਤਾਂ ਪਾਪਾ ਨੂੰ ਬਹੁਤ ਮਿਸ ਕਰਦੀ ਹੈ ਨਾ? ਹਾਂ, ਮੈਂ ਬਹੁਤ ਮਿਸ ਕਰਦੀ ਹਾਂ ਉਹਨਾਂ ਨੂੰ। ਉਹ ਅੱਜ ਕੱਲ੍ਹ ਜ਼ਿਆਦਾ ਘਰ 'ਚ ਵੀ ਨਹੀਂ ਰਹਿ ਪਾ ਰਹੇ ਨੇ ਕਿਉਂਕਿ ਇੰਨੇ ਸਾਰੇ ਇੰਟਰਨੈਸ਼ਨਲ ਫਲਾਈਟਸ 'ਚ ਜਾ ਰਹੇ ਨੇ, ਕੰਟੇਨਰਸ ਤੇ ਟੈਂਕਰਸ ਉਹਨਾਂ ਦੇ ਪ੍ਰੋਡਕਸ਼ਨ ਪਲਾਂਟਸ ਤੱਕ ਪਹੁੰਚਾ ਰਹੇ ਨੇ ਤਾਂ ਕਿ ਜੋ ਕਰੋਨਾ ਪੀੜਿਤ ਲੋਕ ਨੇ ਉਹਨਾਂ ਨੂੰ ਟਾਈਮਲੀ ਆਕਸੀਜਨ ਮਿਲ ਸਕੇ ਤੇ ਉਹਨਾਂ ਦੀ ਜਾਨ ਬਚ ਸਕੇ। ਤਾਂ ਬੇਟਾ, ਇਹ ਜੋ ਆਕਸੀਜਨ ਦੇ ਕਾਰਨ ਲੋਕਾਂ ਦੀ ਜਾਨ ਬਚਾਉਣ ਦਾ ਕੰਮ ਤਾਂ ਹੁਣ ਘਰ-ਘਰ ਵਿੱਚ ਲੋਕਾਂ ਨੂੰ ਪਤਾ ਚੱਲਿਆ। ਹਾਂ, ਜਦੋਂ ਤੁਹਾਡੇ ਫਰੈਂਡ ਸਰਕਲ ਤੇ ਤੁਹਾਡੇ ਸਾਥੀ ਸਟੂਡੈਂਟਸ ਨੂੰ ਪਤਾ ਲੱਗਦਾ ਹੋਵੇਗਾ ਕਿ ਤੁਹਾਡੇ ਪਿਤਾ ਜੀ ਆਕਸੀਜਨ ਦੀ ਸੇਵਾ ਵਿੱਚ ਲੱਗੇ ਨੇ, ਤਾਂ ਤੁਹਾਡੇ ਪ੍ਰਤੀ ਵੀ ਬੜੇ ਆਦਰ ਨਾਲ ਵੇਖਦੇ ਹੋਣਗੇ ਉਹ ਲੋਕ। ਹਾਂ, ਮੇਰੇ ਸਾਰੇ ਫਰੈਂਡਸ ਵੀ ਕਹਿੰਦੇ ਨੇ ਕਿ ਤੇਰੇ ਪਾਪਾ ਇੰਨਾ ਜ਼ਿਆਦਾ ਇੰਪੋਰਟੈਂਟ ਕੰਮ ਕਰ ਰਹੇ ਨੇ ਤੇ ਤੈਨੂੰ ਵੀ ਬਹੁਤ ਪ੍ਰਾਊਡ ਹੁੰਦਾ ਹੋਏਗਾ। ਤੇ ਉਦੋਂ ਮੈਨੂੰ ਇੰਨਾ ਜ਼ਿਆਦਾ ਫਖਰ ਅਨੁਭਵ ਹੁੰਦਾ ਹੈ। ਤੇ ਮੇਰੀ ਜੋ ਸਾਰੀ ਫੈਮਿਲੀ ਹੈ, ਮੇਰੇ ਨਾਨਾ ਨਾਨੀ, ਦਾਦੀ, ਸਾਰੇ ਲੋਕ ਹੀ ਪਾਪਾ ਦੇ ਲਈ ਬਹੁਤ ਪ੍ਰਾਊਡ ਨੇ। ਮੇਰੀ ਮੰਮੀ ਤੇ ਉਹ ਲੋਕ ਵੀ ਡਾਕਟਰਸ ਨੇ, ਉਹ ਲੋਕ ਵੀ ਦਿਨ ਰਾਤ ਕੰਮ ਕਰ ਰਹੇ ਨੇ ਤੇ ਸਾਰੀ ਆਰਮਡ ਫੋਰਸਿਸ, ਮੇਰੇ ਪਾਪਾ ਦੇ ਸਾਰੇ ਸਕੁਐਡਨ ਦੇ ਅੰਕਲਸ ਤੇ ਸਾਰੀਆਂ ਜੋ ਫੋਰਸਿਸ ਨੇ, ਸਾਰੇ ਲੋਕ, ਸਾਰੀ ਸੈਨਾ ਬਹੁਤ ਕੰਮ ਕਰ ਰਹੀ ਹੈ ਤੇ ਮੈਨੂੰ ਯਕੀਨ ਹੈ ਕਿ ਉਹਨਾਂ ਦੀਆਂ ਕੋਸ਼ਿਸ਼ਾਂ ਨਾਲ ਅਸੀਂ ਲੋਕ ਕਰੋਨਾ ਨਾਲ ਇਹ ਲੜਾਈ ਜ਼ਰੂਰ ਜਿੱਤਾਂਗੇ। ਸਾਡੇ ਇੱਥੇ ਕਹਿੰਦੇ ਨੇ ਕਿ ਬੇਟੀ ਜਦੋਂ ਬੋਲਦੀ ਹੈ ਨਾ, ਤਾਂ ਉਸ ਦੇ ਸ਼ਬਦਾਂ ਵਿੱਚ ਸਰਸਵਤੀ ਬਿਰਾਜਮਾਨ ਹੁੰਦੀ ਹੈ। ਤੇ ਜਦੋਂ ਅਦਿਤੀ ਬੋਲ ਰਹੀ ਹੈ ਕਿ ਅਸੀਂ ਜ਼ਰੂਰ ਜਿੱਤਾਂਗੇ, ਤਾਂ ਇੱਕ ਤਰ੍ਹਾਂ ਨਾਲ ਇਹ ਈਸ਼ਵਰ ਦੀ ਬਾਣੀ ਬਣ ਜਾਂਦੀ ਹੈ। ਅੱਛਾ ਅਦਿਤੀ, ਹੁਣ ਤਾਂ ਆਨਲਾਈਨ ਪੜ੍ਹਦੀ ਹੋਏਂਗੀ? ਹਾਂ, ਹੁਣ ਤਾਂ ਸਾਡੇ ਸਾਰੇ ਆਨਲਾਈਨ ਕਲਾਸਿਸ ਚੱਲ ਰਹੀਆਂ ਨੇ ਤੇ ਹੁਣ ਅਸੀਂ ਲੋਕ ਘਰ 'ਚ ਵੀ ਸਾਰੇ ਫੁੱਲ ਪ੍ਰੀਕਾਸ਼ਨਸ ਲੈ ਰਹੇ ਹਾਂ ਤੇ ਕਿਤੇ ਜੇਕਰ ਬਾਹਰ ਜਾਣਾ ਹੋਏ ਤਾਂ ਫਿਰ ਡਬਲ ਮਾਸਕ ਪਹਿਨ ਕੇ ਤੇ ਸਭ ਕੁਝ ਸਾਰੇ ਪ੍ਰੀਕਾਸ਼ਨਸ ਤੇ ਪਰਸਨਲ ਹਾਈਜੀਨ ਮੇਨਟੇਨ ਕਰ ਰਹੇ ਹਾਂ, ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਰਹੇ ਹਾਂ। ਅੱਛਾ ਬੇਟੀ, ਤੇਰੀਆਂ ਹੌਬੀਜ਼ ਕੀ ਨੇ? ਕੀ ਪਸੰਦ ਹੈ? ਮੇਰੀਆਂ ਹੌਬੀਜ਼ ਨੇ ਕਿ ਮੈਂ ਸਵਿਮਿੰਗ ਤੇ ਬਾਸਕਟਬਾਲ ਖੇਡਦੀ ਹਾਂ, ਪਰ ਹੁਣ ਤਾਂ ਥੋੜ੍ਹਾ ਬੰਦ ਹੋ ਗਿਆ ਹੈ। ਤੇ ਇਸ ਲੋਕਡਾਊਨ ਤੇ ਕਰੋਨਾ ਵਾਇਰਸ ਦੇ ਦੌਰਾਨ ਮੈਂ ਬੇਕਿੰਗ ਤੇ ਕੁਕਿੰਗ ਦਾ ਬਹੁਤ ਜ਼ਿਆਦਾ ਮੈਨੂੰ ਸ਼ੌਂਕ ਹੈ ਤੇ ਮੈਂ ਹੁਣ ਸਾਰੀ ਬੇਕਿੰਗ ਤੇ ਕੁਕਿੰਗ ਕਰਕੇ, ਜਦੋਂ ਪਾਪਾ ਇੰਨਾ ਸਾਰਾ ਕੰਮ ਕਰਕੇ ਆਉਂਦੇ ਨੇ ਤਾਂ ਮੈਂ ਉਹਨਾਂ ਲਈ ਕੁਕੀਜ਼ ਤੇ ਕੇਕ ਬਣਾਉਂਦੀ ਹਾਂ। ਵਾਹ ਵਾਹ ਵਾਹ! ਚਲੋ ਬੇਟਾ, ਬਹੁਤ ਦਿਨਾਂ ਦੇ ਬਾਅਦ ਤੈਨੂੰ ਪਾਪਾ ਦੇ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲਿਆ ਹੈ, ਬਹੁਤ ਚੰਗਾ ਲੱਗਾ। ਤੇ ਕੈਪਟਨ, ਤੁਹਾਨੂੰ ਵੀ ਮੈਂ ਬਹੁਤ ਵਧਾਈ ਦਿੰਦਾ। ਲੇਕਿਨ ਜਦੋਂ ਮੈਂ ਕੈਪਟਨ ਨੂੰ ਵਧਾਈ ਦਿੰਦਾ, ਮਤਲਬ ਸਿਰਫ ਤੁਹਾਨੂੰ ਹੀ ਨਹੀਂ, ਸਾਰੀ ਸਾਡੀ ਫੋਰਸਿਸ, ਜਲ, ਥਲ, ਆਕਾਸ਼ ਜਿਸ ਤਰ੍ਹਾਂ ਨਾਲ ਜੁਟੇ ਹੋਏ ਨੇ, ਮੈਂ ਸਾਰਿਆਂ ਨੂੰ ਸੈਲਿਊਟ ਕਰਦਾ। ਧੰਨਵਾਦ ਭਾਈ। ਥੈਂਕ ਯੂ ਸੋ ਮਚ ਸਰ। ਸਾਥੀਓ, ਸਾਡੇ ਇਹਨਾਂ ਜਵਾਨਾਂ ਨੇ, ਇਹਨਾਂ ਵਾਰੀਅਰਜ਼ ਨੇ ਜੋ ਕੰਮ ਕੀਤਾ ਹੈ, ਇਸ ਦੇ ਲਈ ਦੇਸ਼ ਇਹਨਾਂ ਨੂੰ ਸੈਲਿਊਟ ਕਰਦਾ ਹੈ। ਇਸ ਤਰ੍ਹਾਂ ਲੱਖਾਂ ਲੋਕ ਦਿਨ ਰਾਤ ਜੁਟੇ ਹੋਏ ਨੇ ਜੋ ਕੰਮ ਕਰ ਰਹੇ ਨੇ,
ਉਹ ਇਹਨਾਂ ਦੇ ਰੂਟੀਨ ਕੰਮ ਦਾ ਹਿੱਸਾ ਨਹੀਂ ਹੈ। ਇਸ ਤਰ੍ਹਾਂ ਦੀ ਆਫ਼ਤ ਤਾਂ ਦੁਨੀਆ 'ਤੇ 100 ਸਾਲਾਂ ਬਾਅਦ ਆਈ ਹੈ, ਇੱਕ ਸਦੀ ਦੇ ਬਾਅਦ ਇੰਨਾ ਵੱਡਾ ਸੰਕਟ। ਇਸ ਲਈ ਇਸ ਤਰ੍ਹਾਂ ਦੇ ਕੰਮ ਦਾ ਕਿਸੇ ਦੇ ਕੋਲ ਕੋਈ ਤਜਰਬਾ ਨਹੀਂ ਸੀ। ਇਸ ਦੇ ਪਿੱਛੇ ਦੇਸ਼ ਸੇਵਾ ਦਾ ਜਜ਼ਬਾ ਹੈ ਅਤੇ ਇੱਕ ਸੰਕਲਪ ਸ਼ਕਤੀ ਹੈ। ਇਸੇ ਕਰਕੇ ਦੇਸ਼ ਨੇ ਉਹ ਕੰਮ ਕੀਤਾ ਜੋ ਪਹਿਲਾਂ ਕਦੇ ਨਹੀਂ ਹੋਇਆ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਆਮ ਦਿਨਾਂ ਵਿੱਚ ਸਾਡੇ ਇੱਥੇ ਇੱਕ ਦਿਨ ਵਿੱਚ 900 ਮੀਟ੍ਰਿਕ ਟਨ ਲਿਕੁਇਡ ਮੈਡੀਕਲ ਆਕਸੀਜਨ ਦਾ ਪ੍ਰੋਡਕਸ਼ਨ ਹੁੰਦਾ ਸੀ। ਹੁਣ ਇਹ 10 ਗੁਣਾ ਤੋਂ ਵੀ ਜ਼ਿਆਦਾ ਵੱਧ ਕੇ ਲਗਭਗ 9,500 ਮੀਟ੍ਰਿਕ ਟਨ ਹਰ ਰੋਜ਼ ਉਤਪਾਦਨ ਹੋ ਰਿਹਾ ਹੈ। ਇਸ ਆਕਸੀਜਨ ਨੂੰ ਸਾਡੇ ਵਾਰੀਅਰਜ਼ ਦੇਸ਼ ਦੇ ਦੂਰ ਦੁਰਾਡੇ ਦੇ ਕੋਨਿਆਂ ਤੱਕ ਪਹੁੰਚਾ ਰਹੇ ਨੇ। ਮੇਰੇ ਪਿਆਰੇ ਦੇਸ਼ ਵਾਸੀਓ, ਆਕਸੀਜਨ ਪਹੁੰਚਾਉਣ ਦੇ ਲਈ ਦੇਸ਼ ਵਿੱਚ ਇੰਨੇ ਯਤਨ ਹੋਏ, ਇੰਨੇ ਲੋਕ ਜੁਟੇ। ਇੱਕ ਨਾਗਰਿਕ ਦੇ ਤੌਰ 'ਤੇ ਇਹ ਸਾਰੇ ਕੰਮ ਪ੍ਰੇਰਣਾ ਦਿੰਦੇ ਨੇ। ਇੱਕ ਟੀਮ ਬਣਾ ਕੇ ਹਰ ਕਿਸੇ ਨੇ ਆਪਣਾ ਫਰਜ਼ ਨਿਭਾਇਆ ਹੈ। ਮੈਨੂੰ ਬੈਂਗਲੁਰੂ ਤੋਂ ਉਰਮਿਲਾ ਜੀ ਨੇ ਕਿਹਾ ਹੈ ਕਿ ਉਹਨਾਂ ਦੇ ਪਤੀ ਲੈਬ ਟੈਕਨੀਸ਼ੀਅਨ ਨੇ ਅਤੇ ਇਹ ਵੀ ਦੱਸਿਆ ਹੈ ਕਿ ਕਿਵੇਂ ਇੰਨੀਆਂ ਚੁਣੌਤੀਆਂ ਦੇ ਵਿਚਕਾਰ ਉਹ ਲਗਾਤਾਰ ਟੈਸਟਿੰਗ ਦਾ ਕੰਮ ਕਰਦੇ ਰਹੇ ਨੇ। ਸਾਥੀਓ, ਕੋਰੋਨਾ ਦੀ ਸ਼ੁਰੂਆਤ ਵਿੱਚ ਸਿਰਫ ਇੱਕ ਹੀ ਟੈਸਟਿੰਗ ਲੈਬ ਸੀ, ਲੇਕਿਨ ਅੱਜ 2,500 ਤੋਂ ਜ਼ਿਆਦਾ ਲੈਬਸ ਕੰਮ ਕਰ ਰਹੀਆਂ ਨੇ। ਸ਼ੁਰੂ ਵਿੱਚ ਕੁਝ 100 ਟੈਸਟ ਇੱਕ ਦਿਨ ਵਿੱਚ ਹੋ ਜਾਂਦੇ ਸਨ। ਹੁਣ 20 ਲੱਖ ਤੋਂ ਜ਼ਿਆਦਾ ਟੈਸਟ ਇੱਕ ਦਿਨ ਵਿੱਚ ਹੋ ਜਾਂਦੇ ਨੇ। ਹੁਣ ਤੱਕ ਦੇਸ਼ ਵਿੱਚ 33 ਕਰੋੜ ਤੋਂ ਜ਼ਿਆਦਾ ਸੈਂਪਲਸ ਦੀ ਜਾਂਚ ਕੀਤੀ ਜਾ ਚੁੱਕੀ ਹੈ। ਇਹ ਇੰਨਾ ਵੱਡਾ ਕੰਮ ਇਹਨਾਂ ਸਾਥੀਆਂ ਦੀ ਵਜ੍ਹਾ ਨਾਲ ਹੀ ਸੰਭਵ ਹੋ ਰਿਹਾ ਹੈ। ਕਿੰਨੇ ਹੀ ਫਰੰਟਲਾਈਨ ਵਰਕਰਜ਼ ਸੈਂਪਲ ਕੁਲੈਕਸ਼ਨ ਦੇ ਕੰਮ ਵਿੱਚ ਲੱਗੇ ਹੋਏ ਨੇ। ਸੰਕਰਮਿਤ ਮਰੀਜ਼ਾਂ ਦੇ ਵਿੱਚ ਜਾਣਾ, ਉਹਨਾਂ ਦਾ ਸੈਂਪਲ ਲੈਣਾ, ਇਹ ਕਿੰਨੀ ਸੇਵਾ ਦਾ ਕੰਮ ਹੈ। ਆਪਣੇ ਬਚਾਅ ਦੇ ਲਈ ਇਹਨਾਂ ਸਾਥੀਆਂ ਨੂੰ ਇੰਨੀ ਗਰਮੀ ਵਿੱਚ ਵੀ ਲਗਾਤਾਰ PPE ਕਿੱਟ ਪਾ ਕੇ ਹੀ ਰਹਿਣਾ ਪੈਂਦਾ ਹੈ। ਇਸ ਤੋਂ ਬਾਅਦ ਇਹ ਸੈਂਪਲ ਲੈਬ ਵਿੱਚ ਪਹੁੰਚਦਾ ਹੈ। ਇਸ ਲਈ ਜਦੋਂ ਮੈਂ ਤੁਹਾਡੇ ਸਾਰਿਆਂ ਦੇ ਸੁਝਾਅ ਅਤੇ ਸਵਾਲ ਪੜ੍ਹ ਰਿਹਾ ਸੀ ਤਾਂ ਮੈਂ ਤੈਅ ਕੀਤਾ ਕਿ ਸਾਡੇ ਇਹਨਾਂ ਸਾਥੀਆਂ ਦੀ ਵੀ ਚਰਚਾ ਜ਼ਰੂਰ ਹੋਣੀ ਚਾਹੀਦੀ ਹੈ। ਉਹਨਾਂ ਦੇ ਅਨੁਭਵਾਂ ਨਾਲ ਸਾਨੂੰ ਵੀ ਬਹੁਤ ਕੁਝ ਜਾਣਨ ਨੂੰ ਮਿਲੇਗਾ। ਆਓ ਦਿੱਲੀ ਵਿੱਚ ਇੱਕ ਲੈਬ ਟੈਕਨੀਸ਼ੀਅਨ ਦੇ ਤੌਰ 'ਤੇ ਕੰਮ ਕਰਨ ਵਾਲੇ ਸਾਡੇ ਸਾਥੀ ਪ੍ਰਕਾਸ਼ ਕਾਂਡਪਾਲ ਜੀ ਨਾਲ ਗੱਲ ਕਰਦੇ ਹਾਂ। ਪ੍ਰਕਾਸ਼ ਜੀ, ਨਮਸਕਾਰ। ਨਮਸਕਾਰ ਆਦਰਯੋਗ ਪ੍ਰਧਾਨ ਮੰਤਰੀ ਜੀ। ਪ੍ਰਕਾਸ਼ ਜੀ, ਸਭ ਤੋਂ ਪਹਿਲਾਂ ਤਾਂ ਤੁਸੀਂ ਮਨ ਕੀ ਬਾਤ ਦੇ ਸਾਡੇ ਸਾਰੇ ਸਰੋਤਿਆਂ ਨੂੰ ਆਪਣੇ ਬਾਰੇ ਦੱਸੋ। ਤੁਸੀਂ ਕਿੰਨੇ ਸਮੇਂ ਤੋਂ ਇਹ ਕੰਮ ਕਰ ਰਹੇ ਹੋ ਅਤੇ ਕੋਰੋਨਾ ਦੇ ਸਮੇਂ ਤੁਹਾਡਾ ਕੀ ਅਨੁਭਵ ਰਿਹਾ? ਕਿਉਂਕਿ ਦੇਸ਼ ਦੇ ਲੋਕਾਂ ਨੂੰ ਨਾ ਤੁਹਾਡੇ ਵਰਗੇ ਲੋਕ ਇਸ ਤਰ੍ਹਾਂ ਨਾਲ ਨਾ ਤਾਂ TV 'ਤੇ ਦਿਸਦੇ ਨੇ, ਨਾ ਅਖਬਾਰ ਵਿੱਚ ਦਿਸਦੇ ਨੇ, ਫਿਰ ਵੀ ਇੱਕ ਰਿਸ਼ੀ ਦੇ ਵਾਂਗ ਲੈਬ ਵਿੱਚ ਰਹਿ ਕੇ ਕੰਮ ਕਰ ਰਹੇ ਨੇ। ਤਾਂ ਮੈਂ ਚਾਹਾਂਗਾ ਕਿ ਤੁਸੀਂ ਜਦੋਂ ਦੱਸੋਗੇ ਤਾਂ ਦੇਸ਼ ਵਾਸੀਆਂ ਨੂੰ ਵੀ ਜਾਣਕਾਰੀ ਮਿਲੇਗੀ ਕਿ ਦੇਸ਼ ਵਿੱਚ ਕੰਮ ਕਿਵੇਂ ਹੋ ਰਿਹਾ ਹੈ। ਮੈਂ ਦਿੱਲੀ ਸਰਕਾਰ ਦੇ ਸਵੈ ਸ਼ਾਸਿਤ ਸੰਸਥਾਨ ਇੰਸਟੀਚਿਊਟ ਆਫ ਲਿਵਰ ਐਂਡ ਬਾਇਲਰੀ ਸਾਇੰਸਿਸ ਨਾਮ ਦੇ ਹਸਪਤਾਲ 'ਚ ਪਿਛਲੇ 10 ਸਾਲਾਂ ਤੋਂ ਲੈਬ ਟੈਕਨੀਸ਼ੀਅਨ ਦੇ ਰੂਪ 'ਚ ਕੰਮ ਕਰ ਰਿਹਾ। ਮੇਰਾ ਸਿਹਤ ਖੇਤਰ ਦਾ ਅਨੁਭਵ 22 ਸਾਲਾਂ ਦਾ ਹੈ। ILBS ਤੋਂ ਪਹਿਲਾਂ ਵੀ ਮੈਂ ਦਿੱਲੀ ਦੇ ਅਪੋਲੋ ਹਸਪਤਾਲ, ਰਾਜੀਵ ਗਾਂਧੀ ਕੈਂਸਰ ਹਸਪਤਾਲ, ਰੋਟਰੀ ਬਲੱਡ ਬੈਂਕ ਵਰਗੇ ਵਕਾਰੀ ਸੰਸਥਾਨਾਂ 'ਚ ਕੰਮ ਕਰ ਚੁੱਕਾ। ਸਰ, ਹਾਲਾਂਕਿ ਸਾਰੀ ਜਗ੍ਹਾ ਮੈਂ ਰਕਤਕੋਸ਼ ਵਿਭਾਗ 'ਚ ਆਪਣੀਆਂ ਸੇਵਾਵਾਂ ਦਿੱਤੀਆਂ ਹੈ, ਪਰੰਤੂ ਪਿਛਲੇ ਸਾਲ 1 ਅਪ੍ਰੈਲ 2020 ਤੋਂ ਮੈਂ ILBS ਦੇ ਵਾਇਰੋਲੋਜੀ ਡਿਪਾਰਟਮੈਂਟ ਦੇ ਅਧੀਨ ਕੋਵਿਡ ਟੈਸਟਿੰਗ ਲੈਬ 'ਚ ਕੰਮ ਕਰ ਰਿਹਾ। ਬੇਸ਼ੱਕ ਕੋਵਿਡ ਮਹਾਮਾਰੀ 'ਚ ਸਿਹਤ ਤੇ ਸਿਹਤ ਸੰਬੰਧੀ ਸਾਰੇ ਸੰਸਾਧਨਾਂ ਤੇ ਸਾਧਨਾਂ 'ਤੇ ਬਹੁਤ ਜ਼ਿਆਦਾ ਦਬਾਅ ਪਿਆ ਹੈ, ਪਰ ਮੈਂ ਇਸ ਸੰਘਰਸ਼ ਦੇ ਦੌਰ ਨੂੰ ਨਿੱਜੀ ਤੌਰ 'ਤੇ ਇਸ ਵਿੱਚ ਅਜਿਹਾ ਮੌਕਾ ਮੰਨਦਾ ਜਦੋਂ ਰਾਸ਼ਟਰ, ਮਨੁੱਖਤਾ, ਸਮਾਜ ਸਾਡੇ ਤੋਂ ਜ਼ਿਆਦਾ ਜ਼ਿੰਮੇਵਾਰੀ, ਸਹਿਯੋਗ, ਸਾਡੇ ਤੋਂ ਜ਼ਿਆਦਾ ਸਮਰੱਥਾ ਅਤੇ ਸਾਡੇ ਤੋਂ ਜ਼ਿਆਦਾ ਯੋਗਤਾ ਅਤੇ ਪ੍ਰਦਰਸ਼ਨ ਦੀ ਉਮੀਦ ਕਰਦਾ ਹੈ ਅਤੇ ਆਸ ਕਰਦਾ ਹੈ। ਸਰ, ਜਦੋਂ ਅਸੀਂ ਰਾਸ਼ਟਰ ਦੀ, ਮਨੁੱਖਤਾ ਦੀ, ਸਮਾਜ ਦੀ ਉਮੀਦ ਅਤੇ ਆਸ ਦੇ ਅਨੁਸਾਰ ਆਪਣੇ ਪੱਧਰ, ਜੋ ਕਿ ਇੱਕ ਬੂੰਦ ਦੇ ਬਰਾਬਰ ਹੈ, ਅਸੀਂ ਉਸ 'ਤੇ ਕੰਮ ਕਰਦੇ ਹਾਂ, ਖਰਾ ਉਤਰਦੇ ਹਾਂ, ਤਾਂ ਇੱਕ ਮਾਣ ਦਾ ਅਹਿਸਾਸ ਹੁੰਦਾ ਹੈ। ਕਦੇ ਜਦੋਂ ਸਾਡੇ ਘਰ ਵਾਲੇ ਵੀ ਸ਼ੰਕਾ ਕਰਦੇ ਨੇ ਜਾਂ ਥੋੜ੍ਹਾ ਉਹਨਾਂ ਨੂੰ ਡਰ ਲੱਗਦਾ ਤਾਂ ਅਜਿਹੇ ਮੌਕੇ 'ਤੇ ਉਹਨਾਂ ਨੂੰ ਯਾਦ ਕਰਵਾਉਣਾ ਸਾਡੇ ਦੇਸ਼ ਦੇ ਜਵਾਨ, ਜੋ ਕਿ ਸਦਾ ਹੀ ਪਰਿਵਾਰ ਤੋਂ ਦੂਰ ਸਰਹੱਦਾਂ 'ਤੇ ਔਖੀਆਂ ਅਤੇ ਅਸਧਾਰਨ ਪਰਿਸਥਿਤੀਆਂ 'ਚ ਦੇਸ਼ ਦੀ ਰੱਖਿਆ ਕਰ ਰਹੇ ਨੇ, ਉਹਨਾਂ ਦੀ ਤੁਲਨਾ 'ਚ ਤਾਂ ਸਾਡਾ ਜੋਖਮ ਘੱਟ ਹੈ, ਬਲਕਿ ਬਹੁਤ ਘੱਟ ਹੈ। ਤਾਂ ਉਹ ਵੀ ਇਸ ਚੀਜ਼ ਨੂੰ ਸਮਝਦੇ ਨੇ ਅਤੇ ਮੇਰੇ ਨਾਲ ਇਸ ਤਰ੍ਹਾਂ ਉਹ ਵੀ ਸਹਿਯੋਗ ਕਰਦੇ ਨੇ ਅਤੇ ਉਹ ਵੀ ਇਸ ਆਫਤ 'ਚ ਸਮਾਨ ਰੂਪ ਦੇ ਨਾਲ ਜੋ ਵੀ ਸਹਿਯੋਗ ਹੈ ਉਸ 'ਚ ਆਪਣੀ ਹਿੱਸੇਦਾਰੀ ਨਿਭਾਉਂਦੇ ਨੇ।
ਪ੍ਰਕਾਸ਼ ਜੀ, ਇੱਕ ਪਾਸੇ ਤਾਂ ਸਰਕਾਰ ਸਭ ਨੂੰ ਕਹਿ ਰਹੀ ਹੈ ਕਿ ਦੂਰੀ ਰੱਖੋ, ਕੋਰੋਨਾ ਵਿੱਚ ਇੱਕ ਦੂਸਰੇ ਤੋਂ ਦੂਰ ਰਹੋ, ਅਤੇ ਤੁਹਾਨੂੰ ਤਾਂ ਸਾਹਮਣੇ ਹੋ ਕੇ ਕੋਰੋਨਾ ਦੇ ਜੀਵਾਣੂਆਂ ਦੇ ਵਿੱਚ ਰਹਿਣਾ ਪੈਂਦਾ ਹੈ, ਸਾਹਮਣਿਓਂ ਲੰਘਣਾ ਪੈਂਦਾ ਹੈ। ਤਾਂ ਇਹ ਆਪਣੇ ਆਪ ਵਿੱਚ ਇੱਕ ਜ਼ਿੰਦਗੀ ਨੂੰ ਸੰਕਟ ਵਿੱਚ ਪਾਉਣ ਵਾਲਾ ਮਾਮਲਾ ਰਹਿੰਦਾ ਹੈ। ਤਾਂ ਪਰਿਵਾਰ ਨੂੰ ਚਿੰਤਾ ਹੋਣਾ ਬਹੁਤ ਸੁਭਾਵਿਕ ਹੈ। ਲੇਕਿਨ ਫਿਰ ਵੀ ਇਹ ਲੈਬ ਟੈਕਨੀਸ਼ੀਅਨ ਦਾ ਕੰਮ ਆਮ ਸਥਿਤੀਆਂ ਵਿੱਚੋਂ ਇੱਕ ਹੈ ਅਤੇ ਇਹੀ ਪੈਂਡੈਮਿਕ ਸਥਿਤੀ ਵਿੱਚ ਦੂਸਰਾ ਹੈ। ਅਤੇ ਜੋ ਤੁਸੀਂ ਕਰ ਰਹੇ ਹੋ ਤਾਂ ਕੰਮ ਦੇ ਘੰਟੇ ਵੀ ਬਹੁਤ ਵੱਧ ਗਏ ਹੋਣਗੇ। ਰਾਤ-ਰਾਤ ਲੈਬ ਵਿੱਚ ਕੱਟਣੀ ਪੈਂਦੀ ਹੋਏਗੀ, ਕਿਉਂਕਿ ਇੰਨੇ ਕਰੋੜਾਂ ਲੋਕਾਂ ਦਾ ਟੈਸਟਿੰਗ ਹੋ ਰਿਹਾ ਹੈ, ਤਾਂ ਬੋਝ ਵੀ ਵਧਿਆ ਹੋਏਗਾ। ਲੇਕਿਨ ਤੁਹਾਡੀ ਸੁਰੱਖਿਆ ਦੇ ਲਈ ਵੀ ਇਹ ਸਾਵਧਾਨੀ ਰੱਖਦੇ ਨੇ ਕਿ ਨਹੀਂ ਰੱਖਦੇ? ਬਿਲਕੁਲ ਰੱਖਦੇ ਨੇ ਸਰ। ਸਾਡੀ ILBS ਦੀ ਜੋ ਲੈਬ ਹੈ ਇਹ WHO ਤੋਂ ਮਾਨਤਾ ਪ੍ਰਾਪਤ ਹੈ, ਤਾਂ ਕਰਕੇ ਜੋ ਸਾਰੇ ਪ੍ਰੋਟੋਕੋਲ ਨੇ ਉਹ ਇੰਟਰਨੈਸ਼ਨਲ ਸਟੈਂਡਰਡ ਦੇ ਨੇ। ਅਸੀਂ 3 ਪੱਧਰੀ ਜੋ ਸਾਡੀ ਪੋਸ਼ਾਕ ਹੈ ਉਸ ਵਿੱਚ ਅਸੀਂ ਜਾਂਦੇ ਹਾਂ ਲੈਬ 'ਚ ਅਤੇ ਉਸੇ 'ਚ ਕੰਮ ਕਰਦੇ ਹਾਂ, ਅਤੇ ਉਸ ਦਾ ਪੂਰਾ ਡਿਸਕਾਰਡਿੰਗ ਦਾ, ਲੇਬਲਿੰਗ ਦਾ ਅਤੇ ਉਹਨਾਂ ਨੂੰ ਟੈਸਟਿੰਗ ਦਾ ਇੱਕ ਪੂਰਾ ਪ੍ਰੋਟੋਕੋਲ ਹੈ। ਤਾਂ ਉਸ ਪ੍ਰੋਟੋਕੋਲ ਦੇ ਤਹਿਤ ਕੰਮ ਕਰਦੇ ਹਾਂ ਸਰ। ਇਹ ਵੀ ਪਰਮਾਤਮਾ ਦੀ ਕਿਰਪਾ ਹੈ ਕਿ ਮੇਰਾ ਪਰਿਵਾਰ ਅਤੇ ਮੇਰੇ ਜਾਣਨ ਵਾਲੇ ਜ਼ਿਆਦਾਤਰ ਜੋ ਹੁਣ ਤੱਕ ਇਸ ਲਾਗ ਤੋਂ ਬਚੇ ਹੋਏ ਨੇ। ਤਾਂ ਇੱਕ ਚੀਜ਼ ਹੈ ਕਿ ਜੇਕਰ ਤੁਸੀਂ ਸਾਵਧਾਨੀ ਰੱਖਦੇ ਹੋ ਅਤੇ ਸੰਜਮ ਵਰਤਦੇ ਹੋ ਤਾਂ ਤੁਸੀਂ ਥੋੜ੍ਹਾ ਬਹੁਤ ਉਸ ਤੋਂ ਬਚ ਸਕਦੇ ਹੋ। ਪ੍ਰਕਾਸ਼ ਜੀ, ਤੁਹਾਡੇ ਵਰਗੇ ਹਜ਼ਾਰਾਂ ਲੋਕ ਪਿਛਲੇ 1 ਸਾਲ ਤੋਂ ਲੈਬ ਵਿੱਚ ਬੈਠੇ ਨੇ ਅਤੇ ਇੰਨੀ ਜ਼ਹਿਮਤ ਕਰ ਰਹੇ ਨੇ, ਇੰਨੇ ਲੋਕਾਂ ਨੂੰ ਬਚਾਉਣ ਦਾ ਕੰਮ ਕਰ ਰਹੇ ਨੇ, ਜੋ ਦੇਸ਼ ਅੱਜ ਜਾਣ ਰਿਹਾ ਹੈ। ਲੇਕਿਨ ਪ੍ਰਕਾਸ਼ ਜੀ, ਮੈਂ ਤੁਹਾਡੇ ਮਾਧਿਅਮ ਨਾਲ ਤੁਹਾਡੀ ਬਿਰਾਦਰੀ ਦੇ ਸਾਰੇ ਸਾਥੀਆਂ ਦਾ ਦਿਲੋਂ ਧੰਨਵਾਦ ਕਰਦਾ, ਦੇਸ਼ ਵਾਸੀਆਂ ਦੇ ਵੱਲੋਂ ਧੰਨਵਾਦ ਕਰਦਾ। ਅਤੇ ਤੁਸੀਂ ਤੰਦਰੁਸਤ ਰਹੋ, ਤੁਹਾਡਾ ਪਰਿਵਾਰ ਤੰਦਰੁਸਤ ਰਹੇ, ਮੇਰੀਆਂ ਬਹੁਤ ਸ਼ੁਭਕਾਮਨਾਵਾਂ ਨੇ। ਬਹੁਤ ਬਹੁਤ ਧੰਨਵਾਦ ਪ੍ਰਧਾਨ ਮੰਤਰੀ ਜੀ। ਮੈਂ ਤੁਹਾਡਾ ਬਹੁਤ ਆਭਾਰੀ ਹਾਂ ਕਿ ਤੁਸੀਂ ਮੈਨੂੰ ਇਹ ਮੌਕਾ ਪ੍ਰਦਾਨ ਕੀਤਾ। ਧੰਨਵਾਦ ਭਾਈ। ਸਾਥੀਓ, ਇੱਕ ਤਰ੍ਹਾਂ ਨਾਲ ਗੱਲ ਤਾਂ ਮੈਂ ਪ੍ਰਕਾਸ਼ ਭਾਈ ਜੀ ਨਾਲ ਕੀਤੀ ਹੈ, ਲੇਕਿਨ ਉਹਨਾਂ ਦੀਆਂ ਗੱਲਾਂ ਵਿੱਚ ਹਜ਼ਾਰਾਂ ਲੈਬ ਟੈਕਨੀਸ਼ੀਅਨਜ਼ ਦੀ ਸੇਵਾ ਦੀ ਖੁਸ਼ਬੂ ਸਾਡੇ ਤੱਕ ਪਹੁੰਚ ਰਹੀ ਹੈ। ਇਹਨਾਂ ਗੱਲਾਂ ਵਿੱਚ ਹਜ਼ਾਰਾਂ ਲੱਖਾਂ ਲੋਕਾਂ ਦਾ ਸੇਵਾ ਭਾਵ ਤਾਂ ਦਿਸਦਾ ਹੀ ਹੈ। ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਵੀ ਹੁੰਦਾ ਹੈ। ਜਿੰਨੀ ਮਿਹਨਤ ਅਤੇ ਲਗਨ ਨਾਲ ਭਾਈ ਪ੍ਰਕਾਸ਼ ਜੀ ਵਰਗੇ ਸਾਡੇ ਸਾਥੀ ਕੰਮ ਕਰ ਰਹੇ ਨੇ, ਉਨੀ ਹੀ ਨਿਸ਼ਠਾ ਨਾਲ ਉਹਨਾਂ ਦਾ ਸਹਿਯੋਗ ਕੋਰੋਨਾ ਨੂੰ ਹਰਾਉਣ ਵਿੱਚ ਬਹੁਤ ਮਦਦ ਕਰੇਗਾ। ਮੇਰੇ ਪਿਆਰੇ ਦੇਸ਼ਵਾਸੀਓ, ਹੁਣੇ ਅਸੀਂ ਸਾਡੇ ਕੋਰੋਨਾ ਵਾਰੀਅਰਜ਼ ਦੀ ਚਰਚਾ ਕਰ ਰਹੇ ਸੀ। ਪਿਛਲੇ 1.5 ਸਾਲਾਂ ਵਿੱਚ ਅਸੀਂ ਉਹਨਾਂ ਦਾ ਖੂਬ ਸਮਰਪਣ ਅਤੇ ਮਿਹਨਤ ਵੇਖੀ ਹੈ। ਲੇਕਿਨ ਇਸ ਲੜਾਈ ਵਿੱਚ ਬਹੁਤ ਵੱਡੀ ਭੂਮਿਕਾ ਦੇਸ਼ ਦੇ ਕਈ ਖੇਤਰਾਂ ਦੇ ਅਨੇਕਾਂ ਵਾਰੀਅਰਜ਼ ਦੀ ਵੀ ਹੈ। ਜ਼ਰਾ ਸੋਚੋ, ਸਾਡੇ ਦੇਸ਼ 'ਤੇ ਇੰਨਾ ਵੱਡਾ ਸੰਕਟ ਆਇਆ, ਇਸ ਦਾ ਅਸਰ ਦੇਸ਼ ਦੀ ਹਰ ਇੱਕ ਵਿਵਸਥਾ 'ਤੇ ਪਿਆ। ਖੇਤੀ ਵਿਵਸਥਾ ਨੇ ਖੁਦ ਨੂੰ ਇਸ ਹਮਲੇ ਤੋਂ ਕਾਫੀ ਹੱਦ ਤੱਕ ਸੁਰੱਖਿਅਤ ਰੱਖਿਆ। ਸੁਰੱਖਿਅਤ ਹੀ ਨਹੀਂ ਰੱਖਿਆ, ਬਲਕਿ ਤਰੱਕੀ ਵੀ ਕੀਤੀ, ਅੱਗੇ ਵੀ ਵਧੀ। ਕੀ ਤੁਹਾਨੂੰ ਪਤਾ ਹੈ ਕਿ ਇਸ ਮਹਾਮਾਰੀ ਵਿੱਚ ਵੀ ਸਾਡੇ ਕਿਸਾਨਾਂ ਨੇ ਰਿਕਾਰਡ ਉਤਪਾਦਨ ਕੀਤਾ ਹੈ? ਕਿਸਾਨਾਂ ਨੇ ਰਿਕਾਰਡ ਉਤਪਾਦਨ ਕੀਤਾ ਤਾਂ ਇਸ ਵਾਰੀ ਦੇਸ਼ ਨੇ ਰਿਕਾਰਡ ਫਸਲ ਖਰੀਦੀ ਵੀ ਹੈ। ਇਸ ਵਾਰੀ ਕਈ ਜਗ੍ਹਾ 'ਤੇ ਤਾਂ ਸਰੋਂ ਦੇ ਲਈ ਕਿਸਾਨਾਂ ਨੂੰ MSP ਤੋਂ ਵੀ ਜ਼ਿਆਦਾ ਭਾਅ ਮਿਲਿਆ। ਰਿਕਾਰਡ ਖਾਦ ਅੰਨ ਉਤਪਾਦਨ ਦੀ ਵਜ੍ਹਾ ਨਾਲ ਹੀ ਸਾਡਾ ਦੇਸ਼ ਹਰ ਦੇਸ਼ਵਾਸੀ ਨੂੰ ਸਹਾਰਾ ਦੇ ਸਕਿਆ। ਅੱਜ ਇਸ ਸੰਕਟ ਕਾਲ ਵਿੱਚ 80 ਕਰੋੜ ਗਰੀਬਾਂ ਨੂੰ ਮੁਫਤ ਰਾਸ਼ਨ ਉਪਲਬਧ ਕਰਵਾਇਆ ਜਾ ਰਿਹਾ ਹੈ, ਤਾਂ ਕਿ ਗਰੀਬ ਦੇ ਘਰ ਵਿੱਚ ਕਦੀ ਅਜਿਹਾ ਦਿਨ ਨਾ ਆਏ ਜਦੋਂ ਚੁੱਲ੍ਹਾ ਨਾ ਬਲੇ। ਸਾਥੀਓ, ਅੱਜ ਸਾਡੇ ਦੇਸ਼ ਦੇ ਕਿਸਾਨ ਕਈ ਖੇਤਰਾਂ ਵਿੱਚ ਨਵੀਆਂ ਵਿਵਸਥਾਵਾਂ ਦਾ ਲਾਭ ਉਠਾ ਕੇ ਕਮਾਲ ਕਰ ਰਹੇ ਨੇ। ਜਿਵੇਂ ਕਿ ਅਗਰਤਲਾ ਦੇ ਕਿਸਾਨਾਂ ਨੂੰ ਲਓ, ਉਹ ਕਿਸਾਨ ਬਹੁਤ ਚੰਗੇ ਕਟਹਲ ਦੀ ਪੈਦਾਵਾਰ ਕਰਦੇ ਨੇ। ਇਹਨਾਂ ਦੀ ਮੰਗ ਦੇਸ਼ ਵਿਦੇਸ਼ ਵਿੱਚ ਹੋ ਸਕਦੀ ਹੈ। ਇਸ ਲਈ ਇਸ ਵਾਰੀ ਅਗਰਤਲਾ ਦੇ ਕਿਸਾਨਾਂ ਦੇ ਕਟਹਲ ਰੇਲ ਦੇ ਜ਼ਰੀਏ ਗੁਵਾਹਾਟੀ ਤੱਕ ਲਿਆਂਦੇ ਗਏ। ਗੁਵਾਹਾਟੀ ਤੋਂ ਹੁਣ ਇਹ ਕਟਹਲ ਲੰਡਨ ਭੇਜੇ ਜਾ ਰਹੇ ਨੇ। ਇੰਝ ਹੀ ਤੁਸੀਂ ਬਿਹਾਰ ਦੀ ਸ਼ਾਹੀ ਲੀਚੀ ਦਾ ਨਾਮ ਸੁਣਿਆ ਹੋਵੇਗਾ। 2018 ਵਿੱਚ ਸਰਕਾਰ ਨੇ ਸ਼ਾਹੀ ਲੀਚੀ ਨੂੰ GI ਟੈਗ ਵੀ ਦਿੱਤਾ ਸੀ, ਤਾਂ ਕਿ ਇਸ ਦੀ ਪਹਿਚਾਣ ਮਜ਼ਬੂਤ ਹੋਵੇ ਅਤੇ ਕਿਸਾਨਾਂ ਨੂੰ ਜ਼ਿਆਦਾ ਫਾਇਦਾ ਹੋਵੇ। ਇਸ ਵਾਰੀ ਬਿਹਾਰ ਦੀ ਇਹ ਸ਼ਾਹੀ ਲੀਚੀ ਵੀ ਹਵਾਈ ਜਹਾਜ਼ ਰਾਹੀਂ ਲੰਡਨ ਭੇਜੀ ਗਈ ਹੈ। ਪੂਰਬ ਤੋਂ ਪੱਛਮ, ਉੱਤਰ ਤੋਂ ਦੱਖਣ, ਸਾਡਾ ਦੇਸ਼ ਅਜਿਹੇ ਹੀ ਅਨੋਖੇ ਸਵਾਦ ਅਤੇ ਉਤਪਾਦਾਂ ਨਾਲ ਭਰਿਆ ਪਿਆ ਹੈ।
ਦੱਖਣ ਭਾਰਤ ਵਿੱਚ ਵਿਜੇਨਗਰਮ ਦੇ ਅੰਬ ਦੇ ਬਾਰੇ ਤੁਸੀਂ ਜ਼ਰੂਰ ਸੁਣਿਆ ਹੋਵੇਗਾ। ਹੁਣ ਭਲਾ ਇਹ ਅੰਬ ਕੌਣ ਨਹੀਂ ਖਾਣਾ ਚਾਹੇਗਾ। ਇਸ ਲਈ ਹੁਣ ਕਿਸਾਨ ਰੇਲ ਸੈਂਕੜੇ ਟਨ ਵਿਜੇਨਗਰਮ ਅੰਬ ਦਿੱਲੀ ਪਹੁੰਚਾ ਰਹੀ ਹੈ। ਦਿੱਲੀ ਅਤੇ ਉੱਤਰ ਭਾਰਤ ਦੇ ਲੋਕਾਂ ਨੂੰ ਵਿਜੇਨਗਰਮ ਅੰਬ ਖਾਣ ਨੂੰ ਮਿਲੇਗਾ ਅਤੇ ਵਿਜੇਨਗਰਮ ਦੇ ਕਿਸਾਨਾਂ ਨੂੰ ਚੰਗੀ ਕਮਾਈ ਹੋਏਗੀ। ਕਿਸਾਨ ਰੇਲ ਹੁਣ ਤੱਕ ਲਗਭਗ 2 ਲੱਖ ਟਨ ਉਪਜ ਦਾ ਪਰਿਵਹਿਣ ਕਰ ਚੁੱਕੀ ਹੈ। ਹੁਣ ਕਿਸਾਨ ਬਹੁਤ ਘੱਟ ਕੀਮਤ ਤੇ ਫਲ, ਸਬਜ਼ੀਆਂ, ਅਨਾਜ ਦੇਸ਼ ਦੇ ਦੂਸਰੇ ਦੂਰ-ਦੁਰਾਡੇ ਹਿੱਸਿਆਂ ਵਿੱਚ ਭੇਜ ਪਾ ਰਿਹਾ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਅੱਜ 30 ਮਈ ਨੂੰ ਅਸੀਂ ਮਨ ਕੀ ਬਾਤ ਕਰ ਰਹੇ ਹਾਂ ਅਤੇ ਸੰਜੋਗ ਨਾਲ ਇਹ ਸਰਕਾਰ ਦੇ 7 ਸਾਲ ਪੂਰੇ ਹੋਣ ਦਾ ਵੀ ਸਮਾਂ ਹੈ। ਇਨ੍ਹਾਂ ਸਾਲਾਂ ਵਿੱਚ ਦੇਸ਼ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਦੇ ਮੰਤਰ 'ਤੇ ਤੁਰਿਆ ਹੈ। ਦੇਸ਼ ਦੀ ਸੇਵਾ ਵਿੱਚ ਹਰ ਪਲ ਸਮਰਪਿਤ ਭਾਵ ਨਾਲ ਅਸੀਂ ਸਾਰਿਆਂ ਨੇ ਕੰਮ ਕੀਤਾ ਹੈ। ਮੈਨੂੰ ਕਈ ਸਾਥੀਆਂ ਨੇ ਪੱਤਰ ਭੇਜੇ ਨੇ ਅਤੇ ਕਿਹਾ ਹੈ ਕਿ ਮਨ ਕੀ ਬਾਤ ਵਿੱਚ 7 ਸਾਲਾਂ ਦੀ ਸਾਡੀ ਤੁਹਾਡੀ ਇਸ ਸਾਂਝੀ ਯਾਤਰਾ 'ਤੇ ਵੀ ਚਰਚਾ ਕਰੋ। ਸਾਥੀਓ, ਇਨ੍ਹਾਂ 7 ਸਾਲਾਂ ਵਿੱਚ ਜੋ ਕੁਝ ਵੀ ਪ੍ਰਾਪਤੀ ਰਹੀ ਹੈ ਉਹ ਦੇਸ਼ ਦੀ ਰਹੀ ਹੈ, ਦੇਸ਼ ਵਾਸੀਆਂ ਦੀ ਰਹੀ ਹੈ। ਕਿੰਨੇ ਹੀ ਰਾਸ਼ਟਰੀ ਗੌਰਵ ਦੇ ਪਲ ਅਸੀਂ ਇਨ੍ਹਾਂ ਸਾਲਾਂ ਵਿੱਚ ਨਾਲ ਮਿਲ ਕੇ ਅਨੁਭਵ ਕੀਤੇ ਨੇ। ਜਦੋਂ ਅਸੀਂ ਇਹ ਵੇਖਦੇ ਹਾਂ ਕਿ ਹੁਣ ਭਾਰਤ ਦੂਸਰੇ ਦੇਸ਼ਾਂ ਦੀ ਸੋਚ ਅਤੇ ਉਹਨਾਂ ਦੇ ਦਬਾਅ ਵਿੱਚ ਨਹੀਂ, ਆਪਣੇ ਸੰਕਲਪ ਨਾਲ ਚੱਲਦਾ ਹੈ ਤਾਂ ਸਾਨੂੰ ਫਖਰ ਹੁੰਦਾ ਹੈ। ਜਦੋਂ ਅਸੀਂ ਵੇਖਦੇ ਹਾਂ ਕਿ ਹੁਣ ਭਾਰਤ ਆਪਣੇ ਖਿਲਾਫ ਸਾਜ਼ਿਸ਼ ਕਰਨ ਵਾਲਿਆਂ ਨੂੰ ਮੂੰਹ ਤੋੜ ਜਵਾਬ ਦਿੰਦਾ ਹੈ ਤਾਂ ਸਾਡਾ ਆਤਮ ਵਿਸ਼ਵਾਸ ਹੋਰ ਵੱਧਦਾ ਹੈ। ਜਦੋਂ ਭਾਰਤ ਰਾਸ਼ਟਰੀ ਸੁਰੱਖਿਆ ਦੇ ਮੁੱਦਿਆਂ 'ਤੇ ਸਮਝੌਤਾ ਨਹੀਂ ਕਰਦਾ, ਜਦੋਂ ਸਾਡੀਆਂ ਫੌਜਾਂ ਦੀ ਤਾਕਤ ਵੱਧਦੀ ਹੈ ਤਾਂ ਸਾਨੂੰ ਲੱਗਦਾ ਹੈ ਕਿ ਹਾਂ, ਅਸੀਂ ਸਹੀ ਰਸਤੇ 'ਤੇ ਹਾਂ। ਸਾਥੀਓ, ਮੈਨੂੰ ਕਿੰਨੇ ਹੀ ਦੇਸ਼ਵਾਸੀਆਂ ਦੇ ਸੰਦੇਸ਼, ਉਹਨਾਂ ਦੇ ਪੱਤਰ ਦੇਸ਼ ਦੇ ਕੋਨੇ-ਕੋਨੇ ਤੋਂ ਮਿਲਦੇ ਨੇ। ਕਿੰਨੇ ਹੀ ਲੋਕ ਦੇਸ਼ ਨੂੰ ਧੰਨਵਾਦ ਦਿੰਦੇ ਨੇ ਕਿ 70 ਸਾਲਾਂ ਬਾਅਦ ਉਹਨਾਂ ਦੇ ਪਿੰਡ ਵਿੱਚ ਪਹਿਲੀ ਵਾਰ ਬਿਜਲੀ ਪਹੁੰਚੀ ਹੈ। ਉਹਨਾਂ ਦੇ ਬੇਟੇ-ਬੇਟੀਆਂ ਚਾਨਣ ਵਿੱਚ ਪੱਖੇ ਹੇਠ ਬਹਿ ਕੇ ਪੜ੍ਹ ਰਹੇ ਨੇ। ਕਿੰਨੇ ਹੀ ਲੋਕ ਕਹਿੰਦੇ ਨੇ ਕਿ ਸਾਡਾ ਵੀ ਪਿੰਡ ਹੁਣ ਪੱਕੀ ਸੜਕ ਤੋਂ ਸ਼ਹਿਰ ਨਾਲ ਜੁੜ ਗਿਆ ਹੈ। ਮੈਨੂੰ ਯਾਦ ਹੈ ਕਿ ਇੱਕ ਆਦਿਵਾਸੀ ਇਲਾਕੇ ਤੋਂ ਕੁਝ ਸਾਥੀਆਂ ਨੇ ਮੈਨੂੰ ਸੁਨੇਹਾ ਭੇਜਿਆ ਸੀ ਕਿ ਸੜਕ ਬਣਨ ਤੋਂ ਬਾਅਦ ਪਹਿਲੀ ਵਾਰ ਉਹਨਾਂ ਨੂੰ ਲੱਗਾ ਕਿ ਉਹ ਵੀ ਬਾਕੀ ਦੁਨੀਆ ਨਾਲ ਜੁੜ ਗਏ ਨੇ। ਇੰਝ ਹੀ ਕਿਤੇ ਕੋਈ ਬੈਂਕ ਖਾਤਾ ਖੁੱਲ੍ਹਣ ਦੀ ਖੁਸ਼ੀ ਸਾਂਝੀ ਕਰਦਾ ਹੈ ਤਾਂ ਕੋਈ ਵੱਖ-ਵੱਖ ਯੋਜਨਾਵਾਂ ਦੀ ਮਦਦ ਨਾਲ ਜਦੋਂ ਨਵਾਂ ਰੋਜ਼ਗਾਰ ਸ਼ੁਰੂ ਕਰਦਾ ਹੈ ਤਾਂ ਉਸ ਖੁਸ਼ੀ ਵਿੱਚ ਮੈਨੂੰ ਵੀ ਸੱਦਾ ਦਿੰਦਾ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਘਰ ਮਿਲਣ ਤੋਂ ਬਾਅਦ ਗ੍ਰਹਿ ਪ੍ਰਵੇਸ਼ ਦੇ ਆਯੋਜਨ ਵਿੱਚ ਕਿੰਨੇ ਹੀ ਸੱਦੇ ਮੈਨੂੰ ਮੇਰੇ ਦੇਸ਼ਵਾਸੀਆਂ ਵੱਲੋਂ ਲਗਾਤਾਰ ਮਿਲਦੇ ਰਹਿੰਦੇ ਨੇ। ਇਨ੍ਹਾਂ 7 ਸਾਲਾਂ ਵਿੱਚ ਤੁਹਾਡੇ ਸਾਰਿਆਂ ਦੀਆਂ ਅਜਿਹੀਆਂ ਕਰੋੜਾਂ ਖੁਸ਼ੀਆਂ ਵਿੱਚ ਮੈਂ ਸ਼ਾਮਿਲ ਹੋਇਆ। ਅਜੇ ਕੁਝ ਦਿਨ ਪਹਿਲਾਂ ਹੀ ਮੈਨੂੰ ਪਿੰਡ ਤੋਂ ਇੱਕ ਪਰਿਵਾਰ ਨੇ ਜਲ ਜੀਵਨ ਮਿਸ਼ਨ ਦੇ ਤਹਿਤ ਘਰ ਵਿੱਚ ਲੱਗੇ ਪਾਣੀ ਦੇ ਨਲ ਦੀ ਇੱਕ ਫੋਟੋ ਭੇਜੀ। ਉਹਨਾਂ ਨੇ ਇਸ ਫੋਟੋ ਦਾ ਕੈਪਸ਼ਨ ਲਿਖਿਆ ਸੀ, ਮੇਰੇ ਪਿੰਡ ਦੀ ਜੀਵਨ ਧਾਰਾ। ਅਜਿਹੇ ਕਿੰਨੇ ਹੀ ਪਰਿਵਾਰ ਨੇ। ਆਜ਼ਾਦੀ ਤੋਂ ਬਾਅਦ 7 ਦਹਾਕਿਆਂ ਵਿੱਚ ਸਾਡੇ ਦੇਸ਼ ਦੇ ਸਿਰਫ 3.5 ਕਰੋੜ ਪੇਂਡੂ ਘਰਾਂ ਵਿੱਚ ਹੀ ਪਾਣੀ ਦੇ ਕੁਨੈਕਸ਼ਨ ਸਨ, ਲੇਕਿਨ ਪਿਛਲੇ 21 ਮਹੀਨਿਆਂ ਵਿੱਚ ਹੀ 4.5 ਕਰੋੜ ਘਰਾਂ ਨੂੰ ਸਾਫ਼ ਪਾਣੀ ਦੇ ਕੁਨੈਕਸ਼ਨ ਦਿੱਤੇ ਗਏ ਨੇ। ਇਨ੍ਹਾਂ ਵਿੱਚੋਂ 15 ਮਹੀਨੇ ਤਾਂ ਕਰੋਨਾ ਕਾਲ ਦੇ ਹੀ ਸਨ। ਇਸੇ ਤਰ੍ਹਾਂ ਦਾ ਇੱਕ ਨਵਾਂ ਵਿਸ਼ਵਾਸ ਦੇਸ਼ ਵਿੱਚ ਆਯੁਸ਼ਮਾਨ ਯੋਜਨਾ ਨਾਲ ਵੀ ਆਇਆ। ਜਦੋਂ ਕੋਈ ਗਰੀਬ ਮੁਫ਼ਤ ਇਲਾਜ ਨਾਲ ਸਿਹਤਮੰਦ ਹੋ ਕੇ ਘਰ ਆਉਂਦਾ ਹੈ ਤਾਂ ਉਸ ਨੂੰ ਲੱਗਦਾ ਹੈ ਕਿ ਉਸ ਨੂੰ ਨਵਾਂ ਜੀਵਨ ਮਿਲਿਆ ਹੈ। ਉਸ ਨੂੰ ਵਿਸ਼ਵਾਸ ਹੁੰਦਾ ਹੈ ਕਿ ਦੇਸ਼ ਉਸ ਦੇ ਨਾਲ ਹੈ। ਅਜਿਹੇ ਕਿੰਨੇ ਹੀ ਪਰਿਵਾਰਾਂ ਦਾ ਆਸ਼ੀਰਵਾਦ, ਕਰੋੜਾਂ ਮਾਵਾਂ ਦਾ ਆਸ਼ੀਰਵਾਦ ਲੈ ਕੇ ਸਾਡਾ ਦੇਸ਼ ਮਜ਼ਬੂਤੀ ਦੇ ਨਾਲ ਵਿਕਾਸ ਵੱਲ ਵਧ ਰਿਹਾ ਹੈ। ਸਾਥੀਓ, ਇਨ੍ਹਾਂ 7 ਸਾਲਾਂ ਵਿੱਚ ਭਾਰਤ ਨੇ ਡਿਜੀਟਲ ਲੈਣ-ਦੇਣ ਵਿੱਚ ਦੁਨੀਆ ਨੂੰ ਨਵੀਂ ਰਾਹ ਵਿਖਾਉਣ ਦਾ ਕੰਮ ਕੀਤਾ ਹੈ। ਅੱਜ ਕਿਸੇ ਵੀ ਜਗ੍ਹਾ ਜਿੰਨੀ ਆਸਾਨੀ ਨਾਲ ਤੁਸੀਂ ਚੁਟਕੀਆਂ ਵਿੱਚ ਡਿਜੀਟਲ ਪੇਮੈਂਟ ਕਰ ਦਿੰਦੇ ਹੋ, ਉਹ ਕੋਰੋਨਾ ਦੇ ਸਮੇਂ ਵਿੱਚ ਵੀ ਬਹੁਤ ਲਾਭਕਾਰੀ ਸਾਬਿਤ ਹੋ ਰਿਹਾ ਹੈ। ਅੱਜ ਸਵੱਛਤਾ ਦੇ ਪ੍ਰਤੀ ਦੇਸ਼ਵਾਸੀਆਂ ਦੀ ਗੰਭੀਰਤਾ ਅਤੇ ਜਾਗਰੂਕਤਾ ਵਧ ਰਹੀ ਹੈ। ਅਸੀਂ ਰਿਕਾਰਡ ਸੈਟੇਲਾਈਟ ਵੀ ਪ੍ਰਖੇਪਿਤ ਕਰ ਰਹੇ ਹਾਂ ਅਤੇ ਰਿਕਾਰਡ ਸੜਕਾਂ ਵੀ ਬਣਾ ਰਹੇ ਹਾਂ। ਇਨ੍ਹਾਂ 7 ਸਾਲਾਂ ਵਿੱਚ ਹੀ ਦੇਸ਼ ਦੇ ਅਨੇਕਾਂ ਪੁਰਾਣੇ ਵਿਵਾਦ ਵੀ ਪੂਰੀ ਸ਼ਾਂਤੀ ਅਤੇ ਸਦਭਾਵ ਨਾਲ ਸੁਲਝਾਏ ਗਏ ਨੇ। ਪੂਰਬ ਉੱਤਰ ਤੋਂ ਲੈ ਕੇ ਕਸ਼ਮੀਰ ਤੱਕ ਸ਼ਾਂਤੀ ਅਤੇ ਵਿਕਾਸ ਦਾ ਇੱਕ ਨਵਾਂ ਭਰੋਸਾ ਜਾਗਿਆ ਹੈ। ਸਾਥੀਓ, ਕੀ ਤੁਸੀਂ ਸੋਚਿਆ ਹੈ ਕਿ ਇਹ ਸਾਰੇ ਕੰਮ ਜੋ ਦਹਾਕਿਆਂ ਵਿੱਚ ਵੀ ਨਹੀਂ ਹੋ ਸਕੇ, ਇਨ੍ਹਾਂ
7 ਸਾਲਾਂ ਵਿੱਚ ਕਿਵੇਂ ਹੋਏ? ਇਹ ਸਭ ਇਸ ਲਈ ਸੰਭਵ ਹੋਇਆ ਕਿ ਇਨ੍ਹਾਂ 7 ਸਾਲਾਂ ਵਿੱਚ ਅਸੀਂ ਸਰਕਾਰ ਤੇ ਜਨਤਾ ਤੋਂ ਜ਼ਿਆਦਾ ਇੱਕ ਦੇਸ਼ ਦੇ ਰੂਪ ਵਿੱਚ ਕੰਮ ਕੀਤਾ, ਇੱਕ ਟੀਮ ਦੇ ਰੂਪ ਵਿੱਚ ਕੰਮ ਕੀਤਾ, ਟੀਮ ਇੰਡੀਆ ਦੇ ਰੂਪ ਵਿੱਚ ਕੰਮ ਕੀਤਾ। ਹਰ ਨਾਗਰਿਕ ਨੇ ਦੇਸ਼ ਨੂੰ ਅੱਗੇ ਵਧਾਉਣ ਵਿੱਚ ਇੱਕ ਅੱਧ ਕਦਮ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਹਾਂ, ਜਿੱਥੇ ਸਫਲਤਾਵਾਂ ਹੁੰਦੀਆਂ ਨੇ, ਉੱਥੇ ਪ੍ਰੀਖਿਆਵਾਂ ਵੀ ਹੁੰਦੀਆਂ ਨੇ। ਇਨ੍ਹਾਂ 7 ਸਾਲਾਂ ਵਿੱਚ ਅਸੀਂ ਇਕੱਠੇ ਮਿਲ ਕੇ ਕਈ ਮੁਸ਼ਕਿਲ ਪ੍ਰੀਖਿਆਵਾਂ ਵੀ ਦਿੱਤੀਆਂ ਨੇ ਅਤੇ ਹਰ ਵਾਰ ਅਸੀਂ ਸਾਰੇ ਮਜ਼ਬੂਤ ਹੋ ਕੇ ਨਿਕਲੇ ਹਾਂ। ਕੋਰੋਨਾ ਮਹਾਮਾਰੀ ਦੇ ਰੂਪ ਵਿੱਚ ਇੰਨੀ ਵੱਡੀ ਪ੍ਰੀਖਿਆ ਤਾਂ ਲਗਾਤਾਰ ਚੱਲ ਰਹੀ ਹੈ। ਇਹ ਤਾਂ ਇੱਕ ਅਜਿਹਾ ਸੰਕਟ ਹੈ ਜਿਸ ਨੇ ਪੂਰੀ ਦੁਨੀਆ ਨੂੰ ਪਰੇਸ਼ਾਨ ਕੀਤਾ ਹੈ। ਕਿੰਨੇ ਲੋਕਾਂ ਨੇ ਆਪਣਿਆਂ ਨੂੰ ਗਵਾਇਆ ਹੈ। ਵੱਡੇ-ਵੱਡੇ ਦੇਸ਼ ਵੀ ਇਸ ਦੀ ਤਬਾਹੀ ਤੋਂ ਬਚ ਨਹੀਂ ਸਕੇ। ਇਸ ਵੈਸ਼ਵਿਕ ਮਹਾਮਾਰੀ ਦੇ ਦੌਰ ਵਿੱਚ ਭਾਰਤ ਸੇਵਾ ਤੇ ਸਹਿਯੋਗ ਦੇ ਸੰਕਲਪ ਨਾਲ ਅੱਗੇ ਵਧ ਰਿਹਾ ਹੈ। ਅਸੀਂ ਪਹਿਲੀ ਵੇਵ ਵਿੱਚ ਵੀ ਪੂਰੇ ਹੌਸਲੇ ਨਾਲ ਲੜਾਈ ਲੜੀ ਸੀ। ਇਸ ਵਾਰ ਵੀ ਵਾਇਰਸ ਦੇ ਖਿਲਾਫ ਚੱਲ ਰਹੀ ਲੜਾਈ ਵਿੱਚ ਭਾਰਤ ਜੇਤੂ ਹੋਏਗਾ। 2 ਗਜ ਦੀ ਦੂਰੀ, ਮਾਸਕ ਨਾਲ ਜੁੜੇ ਨਿਯਮ ਹੋਣ ਜਾਂ ਫਿਰ ਵੈਕਸੀਨ, ਅਸੀਂ ਢਿੱਲ ਨਹੀਂ ਵਰਤਣੀ। ਇਹੀ ਸਾਡੀ ਜਿੱਤ ਦਾ ਰਾਹ ਹੈ। ਅਗਲੀ ਵਾਰ ਜਦੋਂ ਅਸੀਂ ਮਨ ਕੀ ਬਾਤ ਵਿੱਚ ਮਿਲਾਂਗੇ ਤਾਂ ਦੇਸ਼ ਵਾਸੀਆਂ ਦੇ ਕਈ ਹੋਰ ਪ੍ਰੇਰਣਾਦਾਇਕ ਉਦਾਹਰਣਾਂ ਬਾਰੇ ਗੱਲ ਕਰਾਂਗੇ ਅਤੇ ਨਵੇਂ ਵਿਸ਼ਿਆਂ 'ਤੇ ਚਰਚਾ ਕਰਾਂਗੇ। ਤੁਸੀਂ ਮੈਨੂੰ ਆਪਣੇ ਸੁਝਾਅ ਇੰਝ ਹੀ ਭੇਜਦੇ ਰਹੋ। ਤੁਸੀਂ ਸਾਰੇ ਤੰਦਰੁਸਤ ਰਹੋ, ਦੇਸ਼ ਨੂੰ ਇਸੇ ਤਰ੍ਹਾਂ ਅੱਗੇ ਵਧਾਉਂਦੇ ਰਹੋ। ਬਹੁਤ-ਬਹੁਤ ਧੰਨਵਾਦ।